1990 ਦੇ ਵਿੱਚ ਜੁੜਿਆ ਸੀ। 1990 ਦੇ ਵਿੱਚ ਮੈਂ ਜਲੰਧਰ ਦੇ ਵਿੱਚ ਰਹਿ ਰਿਹਾ ਸੀ ਔਰ ਮੈਂ ਉਸ ਟਾਈਮ ਦੇ ਉੱਥੇ ਨਵਾਂ ਕੰਪੀਟੀਸ਼ਨ ਲੜਿਆ ਔਰ ਮੈਂ ਪੀਸੀਐਸ ਅਲਾਈਡ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਔਰ ਮੇਰੀ ਉੱਥੇ ਟ੍ਰੇਨਿੰਗ ਜਿਹੜੀ ਸੀ ਉਹ ਜਲੰਧਰ ਹੀ ਸ਼ੁਰੂ ਹੋ ਗਈ। ਤੇ ਮੇਰੇ ਜੀਜਾ ਜੀ ਜਿਹੜੇ ਸੀ ਉਹ ਇਨਕਮ ਟੈਕਸ ਡਿਪਾਰਟਮੈਂਟ 'ਚ ਕੰਮ ਕਰਦੇ ਸੀ। ਉਹ ਗੁਰੂ ਜੀ ਕੋ ਕਦੇ ਕਦੇ ਜਾਇਆ ਕਰਦੇ ਸੀ। ਇੱਕ ਵਾਰੀ ਉਹ ਮੈਨੂੰ ਵੀ ਲੈ ਗਏ ਕਿ ਮੈਂ ਆਓ, ਮੈਂ ਤੁਹਾਨੂੰ ਆਪਣੇ ਗੁਰੂ ਜੀ ਨਾਲ ਦੇ ਦਰਸ਼ਨ ਕਰਵਾਉਣਾ। ਤੇ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਮੈਂ ਯਾਨੀ ਕਿ ਕੋਈ ਜ਼ਿਆਦਾ ਜਸਟ ਯੂਜ਼ਲੀ ਮਿਲ ਲਿਆ, ਹਾਂਜੀ ਮੈਂ ਹੋ ਗਿਆ, ਮੁਲਾਕਾਤ ਹੋ ਗਈ। ਉਸ ਤੋਂ ਬਾਅਦ ਮੈਂ ਜ਼ਿਆਦਾ ਮੈਂ ਬਹੁਤਾ ਇੰਟਰਸਟ ਨਹੀਂ ਮੈਨੂੰ ਹੋਇਆ। ਚੁੱਪ ਚੁਪੀ ਤੇ ਜਿੱਦਾਂ ਆਮ ਲੋਕ ਜਾਂਦੇ ਮੈਂ ਉਸ ਤਰੀਕੇ ਨਾਲ ਗੁਰੂ ਜੀ ਦੇ ਦਰਸ਼ਨ ਕਰਕੇ ਆ ਗਿਆ। ਜਦੋਂ ਮੇਰੀ ਕੁਝ ਟਾਈਮ ਬਾਅਦ ਜਦੋਂ ਸਿਲੈਕਸ਼ਨ ਹੋਈ ਉੱਥੇ ਔਰ ਮੇਰੀ ਸਿਲੈਕਸ਼ਨ ਹੋਣ ਤੋਂ ਬਾਅਦ ਮੈਨੂੰ ਮੇਰੀ ਟ੍ਰੇਨਿੰਗ ਜਿਹੜੀ ਸੀਗੀ ਅਲਾਈਡ ਸਰਵਿਸ ਚ ਆਉਣ ਕਰਕੇ ਜਲੰਧਰ ਦੇ ਵਿੱਚ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਹੀ ਲੱਗ ਗਈ। ਔਰ ਮੇਰਾ ਘਰ ਸੀਗਾ ਜੀ ਜਲੰਧਰ ਦੇ ਵਿੱਚ ਇੱਕ ਅਰਬਨ ਸਟੇਟ ਜਗ੍ਹਾ ਹੈ, ਉੱਥੇ ਮੇਰਾ ਘਰ ਸੀਗਾ ਔਰ ਮੈਂ ਉੱਥੋਂ ਡੇਲੀ ਆਪਣੇ ਆਫਿਸ ਡਿਪਟੀ ਕਮਿਸ਼ਨਰ ਆਫਿਸ ਜਾਂਦਾ ਸੀ ਤੇ ਮੈਂ ਉੱਥੋਂ ਨਿਕਲ ਕੇ ਜਾਂਦਾ ਸੀਗਾ ਗੁਰੂ ਜੀ ਦੇ ਮੰਦਿਰ ਤੋਂ ਬਾਅਦ 300 ਡਿਫੈਂਸ ਕਲੋਨੀ ਤੋਂ ਬਾਹਰ ਦੀ ਹੋ ਕੇ ਤੇ ਮੈਂ ਉੱਥੋਂ ਦੀ ਜਾਂਦਾ ਸੀ। ਔਰ ਜਦੋਂ ਮੈਂ ਉੱਥੋਂ ਲੰਘਣਾ ਤਾਂ ਮੈਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਜੀ ਇੱਥੇ ਆ ਗਏ ਨੇ ਤੇ ਮੈਂ ਫਿਰ ਕਦੇ ਕਦੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਤਾ ਨਹੀਂ ਜਾਣੇ ਅਣਜਾਣੇ ਚ ਵੈਸੇ ਹੀ ਮੈਂ ਚਲੋ ਜੀ ਗੁਰੂ ਜੀ ਕੋ ਹੋ ਚੱਲਦੇ, ਗੁਰੂ ਜੀ ਦੇ ਦਰਸ਼ਨ ਕਰ ਲੈਂਦੇ ਆ। ਔਰ ਮੈਂ ਪਹਿਲਾਂ ਕਦੇ ਕਦੇ ਫਿਰ ਮੈਂ ਰੈਗੂਲਰਲੀ ਜਦੋਂ ਵੀ ਮੈਂ ਆਫਿਸ ਜਾਣ ਲੱਗੇ ਮੈਂ ਗੁਰੂ ਜੀ ਦੇ ਕੋਲ ਬੈਠ ਜਾਣਾ ਤੇ ਗੁਰੂ ਜੀ ਦੇ ਮੈਂ ਦਰਸ਼ਨ ਕਰਨੇ, ਦਿਨ ਨੂੰ ਵੀ ਚਲ ਜਾਣਾ ਔਰ ਇੰਨੀ ਕੁ ਲਿਬਰਟੀ ਲੈ ਲਈ ਵੀ ਸ਼ਾਮ ਨੂੰ ਵੀ ਮੈਂ ਗੁਰੂ ਜੀ ਦੇ ਕੋਲ ਚਲੇ ਜਾਣਾ। ਇੱਕ ਵਾਰ ਦੋ ਵਾਰ ਵੀ ਮੈਂ ਚਲੇ ਜਾਣਾ ਤੇ ਉੱਥੇ ਮੈਂ ਬੈਠ ਕੇ ਗੁਰੂ ਜੀ ਦੇ ਦਰਸ਼ਨ ਕਰਨੇ ਔਰ ਮੈਂ ਸਾਰੀ ਸੰਗਤ ਦੇ ਵਿੱਚ ਬੈਠੇ ਰਹਿਣਾ। ਔਰ ਜਦੋਂ ਵੀ ਮੈਂ ਬੈਠਣਾ ਔਰ ਆਮ ਤੌਰ ਤੇ ਹੁੰਦਾ ਸੀ ਕਿ ਜਦੋਂ ਵੀ ਮੈਂ ਬੈਠਣਾ ਤਾਂ ਮੈਨੂੰ ਸਭ ਤੋਂ ਪਿੱਛੇ ਸੀਟ ਮਿਲਦੀ ਹੁੰਦੀ ਸੀ। ਸਭ ਤੋਂ ਪਿੱਛੇ ਜਾ ਕੇ ਮੈਂ ਬੈਠਣਾ, ਸਾਰੇ ਸੰਗਤ ਨੇ ਅੱਗੇ ਬੈਠਣਾ, ਮੈਂ ਪਿੱਛੇ ਬੈਠਣਾ। ਤੇ ਗੁਰੂ ਜੀ ਉਸ ਟਾਈਮ ਤੇ ਜਦੋਂ ਬੈਠਦੇ ਹੁੰਦੇ ਸੀ ਗੁਰੂ ਜੀ ਨੇ ਸਭ ਸੰਗਤ ਨੂੰ ਬੁਲਾਉਣਾ, ਇੱਕ ਇੱਕ ਨੂੰ ਹੱਥ ਮਾਰ ਕੇ ਬੁਲਾਉਣਾ, ਤੂੰ ਆ ਜਾ ਤੂੰ ਆ ਜਾ। ਜਲ ਪ੍ਰਸ਼ਾਦ ਗੁਰੂ ਜੀ ਦਿੰਦੇ ਹੁੰਦੇ ਸੀ ਔਰ ਉਹ ਜਲ ਪ੍ਰਸ਼ਾਦ ਦੇਣਾ ਤੇ ਚਾਹ ਦਾ ਲੰਗਰ ਕਰਨਾ ਤੇ ਸੰਗਤ ਦੇ ਉੱਤੇ ਬੈਠ ਕੇ ਤੋਂ ਉਸ ਤੋਂ ਬਾਅਦ ਚੱਲ। ਮੈਨੂੰ ਹਮੇਸ਼ਾ ਗੁਰੂ ਜੀ ਸਭ ਤੋਂ ਬਾਅਦ ਦੇ ਵਿੱਚ ਮੇਰੀ ਵਾਰੀ ਆਉਂਦੀ ਸੀ ਔਰ ਬਾਅਦ ਦੇ ਵਿੱਚ ਮੈਂ ਸੋਚਣਾ ਕਿ ਮੇਰੀ ਵਾਰੀ ਬਾਅਦ ਚ ਕਿਉਂ ਆਉਂਦੀ ਹੈ, ਮੈਨੂੰ ਹਰ ਵਾਰ ਸੀਟ ਕਿਉਂ ਪਿੱਛੇ ਮਿਲਦੀ ਹੈ। ਤੇ ਉਹ ਇੱਕ ਪੰਜਾਬੀ ਵਿੱਚ ਸ਼ਬਦ ਹੈ ਕਿ ਮੇਰੇ ਮਨ ਦੇ ਵਿੱਚ ਆਇਆ ਕਿ ਹਾਡੀਆਂ ਨੂੰ ਗੱਫੇ ਆਉਣ, ਮੀਨਸ ਕਿ ਜਿਹੜੇ ਸਭ ਤੋਂ ਲਾਸਟ ਹੁੰਦੇ ਉਹਨਾਂ ਨੂੰ ਗੱਫੇ ਮਿਲਦੇ। ਔਰ ਸੰਗਤ ਜੀ ਮੈਂ ਤੁਹਾਡੇ ਨਾਲ ਬਿਲਕੁਲ ਮੈਂ ਆਪਣੇ ਗੁਰੂ ਜੀ ਦੇ ਆਸ਼ੀਰਵਾਦ ਦੇ ਨਾਲ ਮੈਂ ਇੱਕ ਦੱਸ ਰਿਹਾ ਕਿ ਮੈਨੂੰ ਗੱਫੇ ਨਹੀਂ ਮਿਲੇ, ਮੈਨੂੰ ਭੰਡਾਰ ਦਿੱਤਾ ਗੁਰੂ ਜੀ ਨੇ। ਔਰ ਇਹ ਭੰਡਾਰ ਜਿਹੜਾ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਇਹ ਭੰਡਾਰ ਤੁਸੀਂ ਸੰਗਤ ਜੀ ਜਿਹੜਾ ਜ਼ਰੂਰ ਸੁਣਨਾ। ਔਰ ਗੁਰੂ ਜੀ ਨੇ ਕਿੰਨੀ ਮੇਰੇ ਤੇ ਕਿਰਪਾ ਕੀਤੀ ਆ, ਕਿੰਨੀ ਰਹਿਮਤ ਕੀਤੀ ਮੇਰੇ ਤੇ, ਮੈਂ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦਾ। ਮੇਰੇ ਕੋਲ ਤਾਂ ਸ਼ਬਦ ਬਹੁਤ ਛੋਟੇ ਪੈ ਜਾਂਦੇ। ਪਰ ਗੁਰੂ ਜੀ ਨੇ ਇੰਨੀ ਕੁ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ, ਮੈਨੂੰ ਹਰ ਕਿਸੇ ਚੰਗੇ ਮੰਦੇ ਟਾਈਮ ਦੇ ਵਿੱਚੋਂ ਗੁਰੂ ਜੀ ਨੇ ਮੈਨੂੰ ਮੇਰੇ ਪਰਿਵਾਰ ਨੂੰ, ਮੇਰੇ ਰਿਸ਼ਤੇਦਾਰਾਂ ਨੂੰ, ਮੇਰੇ ਦੋਸਤਾਂ ਮਿੱਤਰਾਂ ਨੂੰ, ਸਭ ਨੂੰ ਗੁਰੂ ਜੀ ਨੇ ਸਭ ਦੇ ਉੱਤੇ ਆਪਣਾ ਹੱਥ ਰੱਖਿਆ। ਔਰ ਸਾਰੀ ਸੰਗਤ ਜੀ ਸਭ ਲੋਕਾਂ ਨੂੰ ਦਾ ਬਹੁਤ 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 ਭਲਾ ਹੋਇਆ। ਮੈਂ ਸ਼ੁਰੂ ਕਰਦਾ 1990 ਦੇ ਵਿੱਚ ਜਦੋਂ ਮੈਂ ਗੁਰੂ ਜੀ ਕੋਲ ਰੈਗੂਲਰਲੀ ਜਾਣ ਲੱਗ ਪਿਆ, ਦਰਸ਼ਨ ਕਰਨ ਲੱਗ ਪਿਆ ਤੇ ਮੈਂ ਬੈਠਾ ਗੁਰੂ ਜੀ ਦੇ ਕੋਲ ਤੇ ਗੁਰੂ ਜੀ ਨੇ ਮੈਨੂੰ ਕਹਿਣਾ ਕਿ ਮੈਂ ਉਸ ਟਾਈਮ ਤੇ ਤਹਿਸੀਲਦਾਰ ਸੀ, ਤਹਿਸੀਲਦਾਰ ਇੱਧਰ ਆ ਗਿਆ ਗੁਰੂ ਜੀ ਤੈਨੂੰ ਕੰਮ ਹੈਗਾ, ਦੇਖ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਇਹ ਜਿਹੜੀ 300 ਨੰਬਰ ਆ ਇਹਦੀ ਜੇ ਡਾਕੂਮੈਂਟਸ ਸਾਰੇ ਤੂੰ ਤਿਆਰ ਕਰਾਉਣੇ ਆ, ਇਹ ਤੇਰੀ ਜ਼ਿੰਮੇਵਾਰੀ। ਠੀਕ ਹੈ ਗੁਰੂ ਜੀ, ਕਰਵਾ ਕੇ ਫਿਰ ਆਣਾ। ਹੋ ਗਏ
ਤਿਆਰ ਹੋ ਗਏ, ਠੀਕ ਹੈ, ਗੁਰੂ ਜੀ ਨੂੰ ਦੱਸਤਾ ਮੈਂ, ਗੁਰੂ ਜੀ ਆਓ, ਚਲੋ ਇਹਨੂੰ ਏਦਾਂ ਏਦਾਂ ਕਰ ਦੋ। ਉਹ ਆਪਣੇ ਆਪ ਹੀ ਕੰਮ, ਤਾਂ ਮੈਂ ਤਾਂ ਇੱਕ ਜ਼ਰੀਆ ਸੀਗਾ, ਆਪਣੇ ਆਪ ਹੀ ਉਹ ਕੰਮ ਹੁੰਦੇ ਚਲੇ ਗਏ। ਠੀਕ ਹੈ, ਗੁਰੂ ਜੀ ਨੇ ਮੈਨੂੰ ਕਿਹਾ ਕਿ ਗੱਲ ਸੁਣ, ਵੇਖੋ ਮੈਂ ਬੈਠਾ ਸੀ ਗੁਰੂ ਜੀ ਕੋ, ਗੁਰੂ ਜੀ ਨੇ ਮੈਨੂੰ ਕਿਹਾ ਅੱਜ ਪੌਕਟ 'ਚ ਕਿਸ ਦੀ ਫੋਟੋ ਲਈ ਫਿਰਦਾ, ਆਪਣੀ ਫੋਟੋ ਜਰਾ ਕੱਢ ਤਾਂ ਫੋਟੋ ਦੇਖੀਏ ਤੇਰੀ। ਇੱਕ ਜਿਹੜੀ ਫੋਟੋ ਲੈ ਕੇ ਆਇਆ ਤੇ ਮੈਂ ਆਪਣੀ ਪੌਕਟ ਦੇ ਵਿੱਚ, ਮੈਂ ਸ਼ਰਮਾਉਂਦੇ ਨੇ ਆਪਣਾ ਪਰਸ ਖੋਲਿਆ, ਉਹਦੇ ਵਿੱਚੋਂ ਫੋਟੋ ਕੱਢੀ। ਫੋਟੋ ਸੀਗੀ ਜਿੱਥੇ ਮੇਰੀ ਅੰਗੇਜਮੈਂਟ ਹੋਈ ਸੀ, ਮੇਰੀ ਹੋਣ ਵਾਲੀ ਵਾਈਫ ਦੀ ਫੋਟੋ। ਗੁਰੂ ਜੀ ਨੇ ਉਹ ਫੋਟੋ, ਕਹਿੰਦੇ ਲਿਆ ਫੋਟੋ, ਲਿਆ। ਗੁਰੂ ਜੀ ਨੇ ਫੋਟੋ ਲਈ, ਦੇਖੀ, 1 ਮਿੰਟ ਧਿਆਨ ਨਾਲ ਦੇਖੀ। ਉਸ ਤੋਂ ਬਾਅਦ ਗੁਰੂ ਜੀ ਨੇ ਪੈਨ ਲਿਆ, ਉਹਦੇ ਪਿੱਛੇ ਲਿਖ ਦਿੱਤਾ ਬਲੈਸਿੰਗਸ ਆਲਵੇਸ। ਔਰ ਉਹ ਆਸ਼ੀਰਵਾਦ ਮੈਨੂੰ ਮੇਰੀ ਸਾਰੀ ਉਮਰ, ਅੱਜ ਤੱਕ ਉਹ ਆਸ਼ੀਰਵਾਦ ਮੇਰੇ ਨਾਲ ਚੱਲ ਰਿਹਾ। ਔਰ ਮੈਂ, ਮੇਰਾ ਪਰਿਵਾਰ, ਗੁਰੂ ਜੀ ਕਿਰਪਾ ਬੇਅੰਤ ਗੁਰੂ ਜੀ ਨੇ ਮੇਰੇ ਦੇ ਉੱਤੇ ਕਿਰਪਾ ਕੀਤੀ ਹੈ, ਜਿਹਦਾ ਮੈਂ ਸ਼ਬਦਾਂ ਵਿੱਚ ਐਕਸਪਲੇਨ ਨਹੀਂ ਕਰ ਸਕਦਾ। ਗੁਰੂ ਜੀ ਨੇ ਕਿਹਾ ਫੋਟੋ ਤੇ ਲਿਖਤਾ ਬਲੈਸਿੰਗ, ਮੈਨੂੰ ਕਿਹਾ, ਕਹਿੰਦੇ ਕੋਈ ਨਹੀਂ, ਠੀਕ ਹੈ, ਸ਼ਾਦੀ ਕਰੋ, ਸਭ ਕੁਝ ਠੀਕ ਹੈ, ਬਹੁਤ ਅੱਛਾ ਹੋਏਗਾ। ਮੈਂ ਕਿਹਾ ਠੀਕ ਹੈ ਗੁਰੂ ਜੀ, ਜੋ ਤੁਹਾਡਾ ਹੁਕਮ। ਔਰ ਉਹ ਗੱਲ ਮੰਨ ਕੇ ਤਾਂ ਮੈਂ ਕਿਹਾ ਠੀਕ ਹੈ ਜੀ, ਹੋ ਗਿਆ ਸਾਰਾ ਕੁਝ। ਮੈਂ ਗੁਰੂ ਜੀ ਕੋਲ ਰੈਗੂਲਰਲੀ ਜਾਂਦਾ ਰਹਿੰਦਾ ਸੀ, ਤੇ ਮੈਂ ਗੁਰੂ ਜੀ ਨੂੰ ਦੱਸਿਆ ਕਿ ਗੁਰੂ ਜੀ ਮੇਰੇ ਇਨ-ਲਾਜ਼ ਵੀ ਤੁਹਾਨੂੰ ਮਿਲਣਾ ਚਾਹੁੰਦੇ ਨੇ। ਕਹਿੰਦੇ ਕੋਈ ਗੱਲ ਨਹੀਂ। ਮੈਂ ਕਿਹਾ ਗੁਰੂ ਜੀ ਮੈਂ ਉਹਨੂੰ ਦੱਸਤਾ ਵੀ ਮੇਰੇ ਗੁਰੂ ਜੀ ਹੈ, ਏਦਾਂ ਏਦਾਂ। ਕਹਿੰਦੇ ਕੋਈ ਨਹੀਂ, ਲੈ ਠੀਕ ਹੈ। ਮੈਂ ਕਿਹਾ ਚਲੋ ਠੀਕ ਹੈ। ਮੇਰੇ ਫਾਦਰ ਇਨ ਲਾ, ਮੇਰੇ ਮਦਰ ਇਨ ਲਾ, ਮੇਰੇ ਸਿਸਟਰ ਇਨ ਲਾ, ਉਹ ਵੀ ਜਿਹੜੇ ਹੋਣ ਵਾਲੇ ਸਾਡੇ ਮੇਰੇ ਰਿਸ਼ਤੇਦਾਰ ਸੀ, ਮੈਂ ਸ਼ਾਦੀ ਤੋਂ ਪਹਿਲਾਂ ਹੀ ਉਹਨਾਂ ਨੂੰ ਮੈਂ ਕਿਹਾ ਵੀ ਚਲੋ ਆਓ, ਮੈਂ ਤੁਹਾਨੂੰ ਆਪਣੇ ਗੁਰੂ ਜੀ ਦੇ ਦਰਸ਼ਨ ਕਰਾਉਣਾ। ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ 300 ਡਿਫੈਂਸ ਕਲੋਨੀ ਵਿੱਚ ਅਸੀਂ ਚਲੇ ਗਏ, ਬੈਠੇ ਰਹੇ। ਤੇ ਉਦੋਂ ਹੀ ਗੁਰੂ ਜੀ ਬੁਲਾਉਂਦੇ ਹੁੰਦੇ ਸੀ ਸਾਰਿਆਂ ਨੂੰ, ਤੇ ਬੁਲਾਇਆ ਸਾਰਿਆਂ ਨੂੰ, ਜਲ ਪ੍ਰਸ਼ਾਦ, ਚਾਹ ਪ੍ਰਸ਼ਾਦ ਸਾਨੂੰ ਸਾਰਿਆਂ ਨੂੰ ਮਿਲਿਆ। ਉਸ ਤੋਂ ਬਾਅਦ ਮੇਰੇ ਮਦਰ ਇਨ ਲਾ, ਉਹਨਾਂ ਨੂੰ ਬੁਲਾਇਆ, ਆਂਟੀ ਇੱਧਰ ਆ ਜਾਓ। ਆਂਟੀ ਜੀ ਠੀਕ ਹੋ, ਸਭ ਠੀਕ ਹੋ? ਹਾਂਜੀ ਮੇਰੇ ਜੀ ਤਕਲੀਫ ਹੈ ਥੋੜੀ ਜਿਹੀ। ਉਹ ਮਾਤਾ ਤੇਰੇ ਗੋਡੇ ਦੁਖਦੇ ਆ। ਆਂਟੀ ਤੁਹਾਡੇ ਗੋਡੇ ਦੁਖਦੇ ਆ? ਤੇ ਕਹਿੰਦੇ ਹਾਂਜੀ। ਤੇ ਗੁਰੂ ਜੀ ਨੇ ਉਸ ਟਾਈਮ ਦੇ ਉੱਤੇ ਕਹਿੰਦੇ ਆ ਜਾਓ ਲੱਗੇ, ਉਹਨਾਂ ਨੇ ਬੁਲਾ ਕੇ ਤਾਂ ਇੱਕ ਚਮਚ ਲਿਆ ਔਰ ਉਹ ਮੇਰੇ ਮਦਰ ਇਨ ਲਾ ਦੇ ਘੁੱਟਨੇ ਤੇ ਲਗਾਤਾ, ਗੋਡੇ ਤੇ ਲਗਾਤਾ, ਔਰ ਉਹ ਦਰਦ ਗਾਇਬ। ਅੱਜ ਤੱਕ ਇਸ ਗੱਲ ਨੂੰ ਤਕਰੀਬਨ ਦੇਖ ਲਓ 30 ਔਰ 32 ਸਾਲ ਹੋ ਚੁੱਕੇ ਆ। ਮਾਤਾ ਦਾ ਹੋਰ ਭਾਵੇਂ ਕੋਈ ਅੰਗ ਦੁਖਿਆ ਹੋਵੇ, ਮਾਤਾ ਦਾ ਉਸ ਗੋਡੇ ਵਿੱਚ ਕਦੀ ਕੋਈ ਦਰਦ ਨਹੀਂ ਆਈ। ਅੱਜ ਵੀ ਉਹ ਬਿਲਕੁਲ ਠੀਕ ਠਾਕ ਹੈ, ਬਿਲਕੁਲ ਤੁਰਦੇ ਫਿਰਦੇ ਆ, 1% ਵੀ ਉਹਨਾਂ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਆਈ। ਔਰ ਉਸ ਤੋਂ ਬਾਅਦ ਫਿਰ ਹੋਰ ਸਾਰੇ ਪਰਿਵਾਰ ਨੂੰ, ਮੇਰੇ ਸਭ ਨੂੰ ਆਸ਼ੀਰਵਾਦ ਦਿੱਤਾ ਤੇ ਠੀਕ ਚੱਲ ਰਿਹਾ ਸਾਰਾ ਕੁਝ। ਤੇ ਇੱਕ ਦਿਨ ਗੁਰੂ ਜੀ ਨੇ ਮੈਨੂੰ ਕਿਹਾ ਕਿ ਪਰਮਜੀਤ ਗੱਲ ਸੁਣ, ਤੂੰ ਨਵੀਂ ਗੱਡੀ ਲਈ ਹੈ। ਮੈਂ ਕਿਹਾ ਹਾਂਜੀ ਗੁਰੂ ਜੀ ਲਈ ਹੈ। ਕੱਲ ਗੱਡੀ ਲੈ ਕੇ ਇੱਥੇ ਆ ਜਾ, ਆਪਾਂ ਕਿਤੇ ਚੱਲਣਾ ਹੈ। ਮੈਂ ਕਿਹਾ ਜੋ ਹੁਕਮ ਗੁਰੂ ਜੀ, ਠੀਕ ਹੈ। ਤੇ ਉਸ ਟਾਈਮ ਦੇ ਉੱਤੇ ਮੈਨੂੰ ਯਾਦ ਹੈ ਕਿ ਛੋਟੀ ਜਿਹੀ ਗੱਡੀ ਸੀ ਮੇਰੇ ਕੋਲ, ਮਾਰੂਤੀ, ਤੇ ਮੈਂ ਲਈ ਤਾਂ ਗੁਰੂ ਜੀ ਦੇ ਕੋਲ ਮੈਂ ਚਲਾ ਗਿਆ। ਤੇ ਸਵੇਰੇ ਕਹਿੰਦੇ ਆਪਾਂ ਚੱਲਣਾ ਕਿਤੇ। ਮੈਂ ਕਿਹਾ ਜੀ ਠੀਕ ਹੈ, ਚਲੋ ਗੁਰੂ ਜੀ ਜੋ ਤੁਹਾਡਾ ਹੁਕਮ ਹੈ। ਤੇ ਅਸੀਂ ਗੱਡੀ ਲੈ ਕੇ ਮੈਂ ਉੱਥੇ ਗੁਰੂ ਜੀ ਦੇ ਉੱਥੇ ਚਲਾ ਗਿਆ। ਗੁਰੂ ਜੀ ਆਏ, ਕਹਿੰਦੇ ਜੀ ਏਦਾਂ ਕਰੋ, ਇੱਕ ਨਾਲ ਕੋਈ ਹੋਰ ਬੰਦਾ ਸੀਗਾ ਸਿਕਿਉਰਿਟੀ ਵਾਲਾ, ਉਹਨੂੰ ਕਹਿੰਦੇ ਵੀ ਕਾਕਾ ਗੱਡੀ ਏਦਾਂ ਕਰੋ, ਤੁਸੀਂ ਨਾਲ ਬੈਠੋ, ਤੁਸੀਂ ਨਾਲ ਜਾਣਾ। ਮੈਨੂੰ ਕਹਿੰਦੇ ਤੁਸੀਂ ਗੱਡੀ ਚਲਾਓ। ਮੈਂ ਕਿਹਾ ਜੀ ਮੈਂ ਠੀਕ ਹੈ। 2-4 ਕਿਲੋਮੀਟਰ ਮੈਂ ਗੱਡੀ ਚਲਾਈ। ਗੁਰੂ ਜੀ ਕਹਿੰਦੇ ਨਹੀਂ, ਪਰ ਜੇ ਤੂੰ ਗੱਡੀ ਨਹੀਂ ਚਲਾਉਣੀ, ਤੂੰ ਇਸ ਸਾਈਡ ਤੇ ਬੈਠ ਜਾ, ਇਹ ਡਰਾਈਵਰ ਹੈਗਾ ਲੜਕਾ, ਇਹ ਹੈਗਾ, ਇਹ ਗੱਡੀ ਚਲਾਏਗਾ। ਕਹਿੰਦੇ ਜੀ ਠੀਕ ਹੈ। ਮੈਂ ਕਿਹਾ ਠੀਕ ਹੈ ਗੁਰੂ ਜੀ। ਤੇ ਮੈਂ ਗੱਡੀ ਉਹਨੂੰ ਪਕੜਾਤੀ। ਗੁਰੂ ਜੀ ਕਹਿੰਦੇ ਕਿ ਇੱਥੋਂ ਚੱਲਣਾ ਅਸੀਂ ਪਟਿਆਲੇ, ਔਰ ਗੱਡੀ ਦੀ ਜਿੰਨੀ ਸਪੀਡ ਹੈ ਉਨੀ ਸਪੀਡ ਤੇ ਚਲਾ ਦਿਓ, ਫਟਾਫਟ ਚੱਲਣਾ। ਮੈਨੂੰ ਸੰਗਤ ਜੀ, ਮੈਂ
महसूस किया कि गड्डी दे विच शायद जिन्नी स्पीड सी शायद सारी उन्होंने कर दी। मैनू सिर्फ इन्ना ही नजर आ रहा था कि परछाइयां निकल रही सी मेरे आस पास तो। और जदों असी लुधियाना, मैनू नहीं पता किहड़े वेले क्रॉस कर गया, कितना अगे चले गए। जदों असी लुधियाना क्रॉस करिए, अगे पटियाले का मोड़ मुड़ना हुंदा, जदों असी उत्थे जाके गुरु जी कहंदे नहीं, पटियाले नहीं जाना, गड्डी सीधी लै लो, असी जाना हैगा राजपुरे। मैं क्या जो हुक्म गुरु जी। कहते राजपुरे जी तेरी सिस्टर इन लॉ है ना, वो भी PCS है, वो भी उस टाइम तो PCS राइट सी। कहते होने वाली सिस्टर इन लॉ ਉਹਦੇ ਘਰ ਦੇ ਵਿੱਚ बहुत बड़ी प्रॉब्लम चल रही है, वो प्रॉब्लम ਆਪਾਂ ठीक करनी है, ਉਹਨੂੰ जरूरत है, चलो गड्डी ਉੱਥੇ ਲੈ ਕੇ। मैं उस टाइम ते मोबाइल हाले नवे नवे चले सी, मैं उन्होंने फोन कर दिता कि मेरे गुरु जी आ रहे ने ते तुसी इत्थे घटे रहो, सरकारी उत्थे उन्होंने मिलिया सीगा क्वार्टर, तुसी उत्थे रहो, जाओ ना किते भी, और गुरु जी मेरे निके आ रहे ने, मैं भी नाल आ रहा। वो कहंदे ठीक है जी। ते असीं राजपुरे जिहड़ा उत्थे ऑफिशियल रेजिडेंस सीगा कोर्ट कंपलैक्स दे विच, असीं उत्थे मैं गुरु जी नूं नाल लैके असीं उत्थे पहुंच गए। ते गुरु जी नूं उत्थे बिठाया ड्राइंग रूम दे विच, गुरु जी जाके बैठे ते मेरे सिस्टर इन लॉ वो आए ते उन्होंने बैठन का कोई बहुता अच्छे तरीके नाल पता नहीं सीगा। वो बैठन लगे, गुरु जी दीवान ते बैठ गए ते वो कुर्सी ते बैठन लगी। मैं कहना गुरु जी मेरे गुरु जी है, इन्हां दी सत्कार करना सीखो, तुसीं गुरु जी दे चरणों च बैठो। वो कहंदे ठीक है जी, गुरु जी दे चरणों च बैठ गए। गुरु जी कहंदे उन्होंने कहंदे अरे ना तेनों प्रॉब्लम आ रही है ना, तू मुश्किल दे विच है ना, घर च लड़ाई होण नूं फिरदी है ना। कहंदे हाँ जी गुरु जी, वो बच्चा नहीं हो रहा तेरे, कंसेप्शन कंसीव नहीं कर पा रहे। कहंदे हाँ जी। उन्होंने मैनू दसिया उत्थे बैठे बैठे जी, मैं लुधियाने विच एक डॉक्टर इकबाल ने, बहुत अच्छे डॉक्टर ने, उन्होंने ये कह दिता है कि तेरियां दोनों फैलोपियन ट्यूब्स बंद ने ते तू कंसीव नहीं कर सकती। इस करके गुरु जी मैं तो बहुत परेशान हाँ, मैनू तो यानी कि बहुत टेंशन चल रही है, और घर के विच हालात जिहड़े है वो बहुत अच्छे नहीं हो रहे, रादर दिन ब दिन खराब हो रहे हैं। गुरु जी कहते कोई गल नहीं, चलो। गुरु जी कहते बेटे उत्थे दीवान लग्या सी, गुरु जी कहते बेटे इत्थे लेट जाओ, लेट जाओ। उत्थे लेट गए। गुरु जी ने पान दे पत्ते मंगवाए, 11 या 12 पत्ते सी, पत्ते मंगवाए, और वो पत्ते उन्होंने पेट से रखे, चम्मच लगाया। गुरु जी ने क्या कल्याण किया, चलो। गुरु जी ने मैनू कहते चलो तहसीलदार साहब चलो चलिए, आप बस हो गया, कल्याण करता। ये क्या कि तुसी चने का जिहड़ा सूप हैगा वो तुसी पींदे रहना, और बस कोई गल नहीं, फिक्र ना करो, कल्याण हो गया। और गुरु जी मैनू कहते चलो बैठो, चलो आप चलिए, आप पटियाले जाना है। और संगत जी मैं ये किस तरीके नाल एक्सप्लेन करा कि जिथे ये कहता सी कि इहदियां दोनों फैलोपियन ट्यूब बंद ने, इहदे बच्चा हो ही नहीं सकता, 11 महीने बाद ओहदे घर बेटे ने जन्म लिया। और जो डॉक्टर नूं असीं जो ने कंसीव किया, डॉक्टर नूं दिखाने गए तो ओहदे ते अज भी लिखिया पिया उस पर्ची से, डॉक्टर इट्स अ मिरेकल। ये कहना मेरी समझ तो बाहर है, किदां होया किदां नहीं होया। और 11 महीने बाद उन्होंने घर बेटा होया, और बेटा 3.5 पौने 4 किलो का बेटा। अज वो बच्चा 6 फुट का कद है, और कैनेडा दे विच वेल सैटल्ड है, और गुरु जी का चरणों दे विच रोज नमस्कार करता है। ये कृपा कितनी वड्डी कृपा है गुरु जी की मेरे परिवार के उत्ते, तो होनी करनी ही करनी सी। गुरु जी ने मेरे रिलेटिव्स के नाम के उत्ते, रिलेटिव्स के उत्ते भी सारी वो कृपा की। और मैनू फड़ के
ਕਹਿੰਦੇ ਵੀ ਆਸ਼ੀਰਵਾਦ ਮੈਨੂੰ ਤਾਂ ਦਿੱਤਾ, ਮੈਨੂੰ ਮੇਰੇ ਰਿਲੇਟਿਵਸ ਨੂੰ ਵੀ ਆਸ਼ੀਰਵਾਦ ਦਿੱਤਾ। ਮੈਂ ਹੈਰਾਨ ਇਸ ਗੱਲ ਤੋਂ ਸੀਗਾ ਕਿ ਗੁਰੂ ਜੀ ਨੂੰ ਨਾ ਤਾਂ ਮੇਰੇ ਸਿਸਟਰ ਇਨ ਲਾ ਮਿਲੇ ਸੀ ਕੋਈ ਬਹੁਤਾ, ਨਾ ਉਹਨਾਂ ਨੂੰ ਕੋਈ ਬਹੁਤਾ ਜਾਣਦੇ ਸੀਗੇ, ਨਾ ਮੇਰੀ ਸ਼ਾਦੀ ਹੋਈ ਸੀ, ਨਾ ਮੈਨੂੰ ਪਤਾ ਸੀ ਕਿ ਉਹਨਾਂ ਨੂੰ ਕਦੀ ਕੋਈ ਇਹੋ ਜਿਹੀ ਪ੍ਰੋਬਲਮ ਹੈ ਵੀ ਜਾਂ ਨਹੀਂ। ਮੇਰੀ ਤਾਂ ਸ਼ਾਦੀ ਨਹੀਂ ਹੋਈ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਪਰ ਗੁਰੂ ਜੀ ਨੇ ਏਦਾਂ ਜਾ ਕੇ ਕਲਿਆਣ ਕਰਕੇ ਆਏ, ਔਰ ਮੈਂ ਉਹ ਬੱਚਾ ਅੱਜ ਵੀ ਜਦੋਂ ਵੀ ਮੇਰੇ ਸਾਹਮਣੇ ਹੁੰਦਾ ਮੈਨੂੰ ਇਹ ਗੱਲ ਇਹ ਮੇਰੇ ਦਿਮਾਗ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਇਹ ਗੱਲ ਘਰ ਕੀਤੀ। ਇਹ ਗੁਰੂ ਜੀ ਦਾ ਆਸ਼ੀਰਵਾਦ ਹੈ, ਇਹ ਮੇਰੇ ਉੱਤੇ ਇਹ ਕਿਰਪਾ ਗੁਰੂ ਜੀ ਨੇ ਕੀਤੀ ਹੈ ਸਾਡੇ ਪਰਿਵਾਰ ਦੇ ਉੱਪਰ, ਔਰ ਉਹ ਬੱਚਾ ਬਹੁਤ ਅੱਛੇ ਤਰੀਕੇ ਨਾਲ ਬੜੇ ਠੀਕ ਢੰਗ ਨਾਲ ਕੰਮ ਕਰ ਰਿਹਾ ਔਰ ਗੁਰੂ ਜੀ ਦੇ ਤੋਂ ਆਸ਼ੀਰਵਾਦ ਲੈਂਦਾ। ਸੰਗਤ ਜੀ ਇਹ ਤਾਂ ਸ਼ੁਰੂਆਤ ਸੀ, ਇੱਥੋਂ ਇਸ ਤੋਂ ਬਾਅਦ ਤਾਂ ਆਸ਼ੀਰਵਾਦਾਂ ਦੀ ਗੁਰੂ ਜੀ ਦੇ ਰਹਿਮਤ ਦੀ ਭੰਡਾਰਾ ਖੁੱਲ ਗਿਆ ਮੇਰੇ ਵਾਸਤੇ। ਗੁਰੂ ਜੀ ਨੇ ਤਾਂ ਮੇਰੇ ਤੇ ਇੰਨੇ ਮੈਨੂੰ ਆਸ਼ੀਰਵਾਦ ਪ੍ਰਾਪਤ ਹੋਇਆ ਕਿ ਮੈਂ ਸ਼ਬਦ ਨਹੀਂ ਹੈ ਮੇਰੇ ਕੋਲ ਕਿ ਮੈਂ ਕਿੱਥੋਂ ਕਿਵੇਂ ਕਰਾਂ, ਐਕਸਪਲੇਨ ਕਿਵੇਂ ਨਾ ਕਰਾਂ। ਔਰ ਬਹੁਤ ਕੁਝ ਮੈਨੂੰ ਗੁਰੂ ਜੀ ਨੇ ਦਿੱਤਾ। ਮੈਂ ਦੱਸਦਾ ਕਿ ਮੈਂ ਉਸ ਤੋਂ ਬਾਅਦ ਗੁਰੂ ਜੀ ਦਿੱਲੀ ਚਲੇ ਗਏ, ਫਿਰ ਮੇਰਾ ਘੱਟ ਆਣਾ ਜਾਣਾ ਹੋਇਆ। ਤੇ ਮੈਂ ਹੁਣ ਦੀ ਗੱਲ ਦੱਸ ਦਿੰਦਾ ਕਿ ਮੈਂ ਥੋੜੀ ਦੇਰ ਦੀ ਗੱਲ ਹੈ ਕਿ ਮੈਨੂੰ ਇਹ ਸੀਗਾ ਕਿ ਮੈਂ ਆਪਣਾ ਇੱਕ ਘਰ ਬਣਾ ਲਵਾਂ। ਘਰ ਬਣਾਉਣ ਵਾਸਤੇ ਮੇਰੇ ਕੋਲ ਨਾ ਇੰਨਾ ਪੈਸਾ ਸੀ ਕਿ ਮੈਂ ਆਪਣਾ ਕੋਈ ਬਹੁਤਾ ਅੱਛਾ ਘਰ ਬਣਾ ਲਵਾਂ, ਤੇ ਨਾ ਮੈਨੂੰ ਇਹ ਅੰਦਰ ਅਭਿਲਾਸ਼ਾ ਜ਼ਰੂਰ ਸੀ, ਮਨ ਦੇ ਵਿੱਚ ਫੀਲਿੰਗ ਜ਼ਰੂਰ ਸੀ ਕਿ ਮੈਂ ਘਰ ਬਣਾ ਲਵਾਂ, ਪਰ ਕਿਵੇਂ ਕਰਾਂਗੇ, ਕਿਵੇਂ ਹੋਏਗਾ। ਐਨੀ ਹਾਊ ਮੈਂ ਕਿਤੇ ਵੈਸੇ ਹੀ ਅਪਲਾਈ ਕਰ ਦਿੱਤਾ ਇੱਕ ਪਲਾਟ ਵਾਸਤੇ। ਪਲਾਟ ਜਿਹੜਾ ਸੀ ਉਹਦਾ ਡਰਾ ਕਹਿੰਦਾ ਨਿਕਲਣਾ, ਤੇ ਮੈਂ ਕਿਹਾ ਠੀਕ ਹੈ ਜੀ, ਚਲੋ ਦੇਖਦੇ ਹਾਂ ਡਰਾ ਨਿਕਲੇਗਾ ਜਾਂ ਨਹੀਂ ਨਿਕਲੇਗਾ, ਜੋ ਵੀ। मैंने कहा मेरे तो गुरु जी है, जो करनगे ठीक है। मैनू नहीं पता, मैनू तो ना मंगना आउंदा, ना मैनू कुछ एक्सप्लेन करना आउंदा। मैं तो गुरु जी के चरणों से बेनती करूंगी भी जो तुद भावे साई भली कर। मैनू नहीं कुछ भी आउंदा, जो गुरु जी ठीक समझोगे तुसीं मैनू अपने आप ही देख के जो सही है वो कर दो। मन दे विच इन्ना हो गया कि जो जे निकल आएगा प्लॉट तां भी ठीक है, नहीं निकलेगा भी ये कोई अच्छा ही होएगा। चलो चुप कर गए, अप्लाई हो गया प्लॉट। उस तो बाद ड्रॉ निकलिया तकरीबन साल के बाद, लोग सारे उत्थे चले गए जी देखने वास्ते ड्रॉ निकलना जी। मैं कहा मैं देखने भी नहीं जाना, मेरे गुरु जी अपने आप देख रहे हैं, उन्होंने अपने आप ही सब कुछ जो है ठीक कर देना। जे मैनू निकलना होया ठीक, निकलना होया नहीं निकलना होया, जो गुरु जी ठीक समझेंगे वही मेरे वास्ते सब ठीक है। जा सब कुछ तुझको सौंपया, मैं तेरा बंदा, फिर किंतु परंतु की गल ही कुछ नहीं है। ठीक है, असी ये चीज़ां टोटली छड़ दित्तियां कि गुरु जी आपे फैसला करनगे। ड्रॉ निकलिया, मैं उत्थे गया तक नहीं, और उस तो बाद पता लगा कि जिस बंदे तो मैं प्लॉट खरीदिया सी उस बंदे दे भी उस बंदे का नाम भी परमजीत सिंह सीगा। उस तो उन्हां दा ड्रॉ ड्रू निकलिया, ते जो मैनू नजर आया उहदे विच है कि जो नंबर मैनू प्लॉट दा निकलिया वो नंबर जिहड़ा है वो मेरे बंदे ने दस्सिया किसी ने कि तुहाडा जिहड़ा पिंड दे लागे है जी, वो पिंड है उत्थे विलेज बनिया है, वो विलेज दे लागे तुहाडा उत्थे प्लॉट हैगा, ते वो बहुत अच्छी लोकेशन नहीं ते पर निकल आया। चलो ठीक है, एक कनाल दा प्लॉट। मैं कहा जी कोई गल नहीं, ਇਹਦੇ ਵਿੱਚ भी जो होया भला ही होया, ठीक है, कोई इशू नहीं। मैं क्या कोई गल नहीं, जे अच्छा निकल जाता तो बहुत अच्छा, जे नहीं भी अच्छा निकलिया तो कोई गल नहीं, ठीक है, थोड़ा टाइम तो बाद डिस्पोज ऑफ कर देंगे, कोई चक्कर नहीं। ये मन दे विच असीं मैं फीलिंग लैके बैठ गया। 10 दिन 11 दिन बीत गए। जिस प्रॉपर्टी डीलर के थ्रू मैं वो प्लॉट का अपलाई किया सी, उस बंदे का मैनू 11 दिन बाद फोन आ गया कि सर तुसीं कोई पार्टी नहीं दित्ती,
ਕੋਈ ਕੁਛ ਨਹੀਂ ਕੀਤਾ, ਤੁਸੀਂ ਪਲਾਟ ਤੁਹਾਡਾ ਨਿਕਲਿਆ ਤੇ ਤੁਸੀਂ ਦੱਸਿਆ ਹੀ ਨਹੀਂ। ਮੈਂ ਕਿਹਾ ਜੀ ਹਾਂ, ਉਹਨਾਂ ਦਾ ਨਾਮ ਮਨਦੀਪ ਸਿੰਘ। ਮਨਦੀਪ ਜੀ ਪਲਾਟ ਤਾਂ ਨਿਕਲਿਆ ਪਰ ਲੋਕੇਸ਼ਨ ਕੋਈ ਬਹੁਤੀ ਅੱਛੀ ਨਹੀਂ ਆਈ, ਪਰ ਕੋਈ ਗੱਲ ਨਹੀਂ, ਆਪਾਂ ਹੌਲੀ ਹੌਲੀ ਦੇਖ ਲਾਂਗੇ, ਚੇਂਜ ਕਰ ਲਾਂਗੇ, ਜੋ ਵੀ ਹੈ ਠੀਕ ਹੈ, ਕੋਈ ਗੱਲ ਨਹੀਂ। ਮੈਂ ਕਹਿੰਦੇ ਜੀ ਕਿਉਂ ਮਜ਼ਾਕ ਕਰਦੇ ਹੋ? ਕਹਿੰਦੇ ਜੀ ਤੁਹਾਡਾ ਜਿੱਥੇ ਪਲਾਟ ਨਿਕਲਿਆ ਉੱਥੋਂ ਬਲਾਕ ਦਾ ਸ਼ੁਰੂਆਤ ਹੁੰਦੀ ਹੈ, ਸੀ ਬਲਾਕ ਤੁਹਾਡਾ ਦੀ ਸ਼ੁਰੂਆਤ ਹੁੰਦੀ ਆ। ਸਭ ਤੋਂ ਪਹਿਲਾ ਪਲਾਟ नॉर्थ फेसिंग और पार्क फेसिंग और कॉर्नर ਦਾ ਪਲਾਟ ਲੋਕਾਂ ਦਾ 500 ਗਜ, ਤੁਹਾਡਾ 510 ਗਜ ਦਾ ਪਲਾਟ ਤੁਹਾਡਾ ਨਿਕਲਿਆ। ਤੁਸੀਂ ਕਿਉਂ ਇਦਾਂ ਕਰਦੇ ਹੋ? ਮੈਂ ਕਿਹਾ ਨਹੀਂ ਮਨਦੀਪ ਜੀ, ਤੁਹਾਨੂੰ ਸ਼ਾਇਦ ਕੋਈ ਭੁਲੇਖਾ ਲੱਗਦਾ, ਮੈਨੂੰ ਆਹ ਦੱਸਿਆ। ਕਹਿੰਦਾ ਤੁਸੀਂ ਦੇਖਿਆ? ਮੈਂ ਕਿਹਾ ਹਾਂ, ਮੈਂ ਪਰਮਜੀਤ ਦੇ ਪਲਾਟ ਲਏ ਆ। ਉਹ ਪਰਮਜੀਤ ਦੇ ਪਲਾਟਾਂ ਦੇ ਵਿੱਚ ਤਾਂ ਆਹ ਦਾ ਨੰਬਰ। ਕਹਿੰਦਾ ਜੀ ਪਰਮਜੀਤ ਦੇ 9 ਪਲਾਟ ਸੀ ਇੱਥੇ, ਜਿਹੜਾ ਨੰਬਰ ਤੁਸੀਂ ਦੇਖ ਲਿਆ ਪਰਮਜੀਤ ਦਾ, ਉਹ ਵਾਕਈ ਪਿੰਡ ਦੇ ਲੱਗੇ ਸੀ। ਇਹ ਜਿਹੜਾ ਨੰਬਰ ਹੈ, ਇਹ ਨੰਬਰ ਜਿਹੜਾ ਹੈਗਾ, ਇਹ ਤੁਹਾਡਾ ਜਿਹੜਾ 2001 ਨੰਬਰ ਹੈਗਾ, ਇਹ ਬਿਲਕੁਲ ਸੀ ਬਲਾਕ ਦੀ ਬਿਗਨਿੰਗ ਹੈ ਔਰ ਕਾਰਨਰ ਦਾ ਪਲਾਟ ਹੈ ਔਰ ਫੇਸਿੰਗ ਪਾਰਕ ਹੈ, ਫੇਸਿੰਗ ਨਾਰਥ ਹੈ। ਤੁਸੀਂ ਜਾ ਕੇ ਤਾਂ ਦੇਖੋ। ਮੈਂ ਕਿਹਾ ਅੱਛਾ। ਅਸੀਂ ਮੈਂ ਕਿਹਾ ਕਮਾਲ ਹੈ। ਮੈਂ ਕਿਹਾ ਗੁਰੂ ਜੀ ਤੁਸੀਂ ਤਾਂ ਕਮਾਲ ਕਰਦੇ, ਕਿਰਪਾ ਤੁਹਾਡੀ ਬੇਅੰਤ ਕਿਰਪਾ ਹੋ ਗਈ। ਅਸੀਂ ਉਸੇ ਵੇਲੇ ਮੈਂ ਔਰ ਮੇਰੀ ਵਾਈਫ ਨੇ ਗੱਡੀ ਚੱਕੀ ਔਰ ਅਸੀਂ ਕਿ ਜਾ ਕੇ ਦੇਖਿਆ ਜੀ। ਔਰ ਜਦੋਂ ਅਸੀਂ ਉਹ 2001 ਨੰਬਰ ਪਲਾਟ ਕੇ ਅੰਦਰ ਦੇਖਿਆ, ਮੈਂ ਦੇਖਿਆ ਤੇ ਉਹ ਵਾਕਈ ਕਾਰਨਰ ਫਸਟ ਪਲਾਟ, ਸਭ ਤੋਂ ਵੱਡਾ ਪਲਾਟ ਔਰ ਨਾਰਥ ਈਸਟ ਫੇਸਿੰਗ, ਬਹੁਤ ਵਧੀਆ, ਕਮਾਲ ਹੈ। ਮੈਂ ਕਿਹਾ ਗੁਰੂ ਜੀ ਦੀ ਬੇਅੰਤ ਕਿਰਪਾ ਕਰ ਦਿੱਤੀ ਮੇਰੇ ਤੇ, ਤੁਸੀਂ ਤਾਂ ਪਲਾਟ ਦੇਖਿਆ, ਇੰਨਾ ਮਨ ਖੁਸ਼ ਹੋਇਆ। ਮੈਂ ਕਿਹਾ ਵਾਹ, ਬਹੁਤ ਅੱਛਾ ਲੱਗਾ ਮੈਨੂੰ। ਮੈਂ ਕਿਹਾ ਚਲੋ, ਵਾਈਫ ਮੈਨੂੰ ਕਹਿੰਦੀ ਕਿ ਗੁਰੂ ਜੀ ਨੇ ਪਲਾਟ ਤਾਂ ਦਿੱਤਾ, ਹੁਣ ਨਾਲ ਹੀ ਬੇਨਤੀ ਕਰਦਾ ਗੁਰੂ ਜੀ ਕੰਸਟਰਕਸ਼ਨ ਵੀ ਕਰਵਾ ਦਿਓ। ਮੈਂ ਕਿਹਾ ਠੀਕ ਹੈ, ਤੂੰ ਕਰ ਬੇਨਤੀ। ਮੈਂ ਕਿਹਾ ਜੋ ਗੁਰੂ ਜੀ ਨੇ ਇੰਨਾ ਕੁਝ ਕੀਤਾ ਤਾਂ ਘਰ ਵੀ ਬਣ ਜਾਊਗਾ। ਤੇ ਕਹਿੰਦੇ ਤੁਸੀਂ ਵੀ ਕਰੋ। ਮੈਂ ਕਿਹਾ ਮੈਂ ਤਾਂ ਹਮੇਸ਼ਾ ਹੀ ਬੇਨਤੀ ਕਰਦਾ, ਪਰ ਮੇਰੀ ਜੇਬ 'ਚ ਰੁਪਈਆ 3 ਲੱਖ ਹੈ ਜ਼ਰਾ, ਔਰ ਇਸ 3 ਲੱਖ ਰੁਪਏ ਦੇ ਨਾਲ ਮੈਨੂੰ ਇੰਨਾ ਪਤਾ ਵੀ ਇਸ ਪਲਾਟ 'ਚ ਨੀਆਂ ਨਹੀਂ ਭਰ ਹੋਣੀਆਂ ਔਰ ਇੰਨੀ ਮੁਸ਼ਕਿਲ ਹੋ ਜਾਏਗੀ ਕਿ ਸਾਡੇ ਕੋਲੋਂ ਇਹ ਬਣ ਨਹੀਂ ਪਾਏਗਾ 3 ਲੱਖ ਦੇ ਨਾਲ, ਤੇ ਇਹਦੀ ਨੀਂਹ ਵੀ ਨਹੀਂ ਭਰੀ ਜਾਣੀ, ਇੱਟ ਵੀ ਨਹੀਂ ਆਉਣੀ। ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਗੁਰੂ ਜੀ ਤੇ ਵਿਸ਼ਵਾਸ ਆ, ਤੁਸੀਂ ਨਾ ਬੇਨਤੀ ਤਾਂ ਕਰ ਦਿਓ, ਚਰਨਾਂ 'ਚ ਬੇਨਤੀ ਕਰੋ, ਬਾਕੀ ਜੋ ਤੁਧ ਭਾਵੇ ਸਾਈ ਭਲੀ ਕਾ, ਜੋ ਗੁਰੂ ਜੀ ਨੂੰ ਅੱਛਾ ਲੱਗੂਗਾ ਉਹ ਹੋ ਜਾਏਗਾ, ਤੁਸੀਂ ਦੇਖੀ ਜਾਓ, ਬਸ ਕੋਈ ਗੱਲ ਨਹੀਂ। ਮੈਂ ਕਿਹਾ ਜੇ ਤੈਨੂੰ ਇੰਨਾ ਕੌਨਫੀਡੈਂਸ ਆ, ਠੀਕ ਹੈ। ਮੈਂ ਕਿਹਾ ਹੋਰ ਕੀ ਚਾਹੀਦਾ? ਮੈਂ ਕਿਹਾ ਬਹੁਤ ਵਧੀਆ ਗੱਲ ਹੈ। ਮੈਂ ਗੁਰੂ ਜੀ ਦੇ ਸਾਹਮਣੇ ਮਿਲ ਕੇ ਬੇਨਤੀ ਕੀਤੀ, ਗੁਰੂ ਜੀ ਫੇਰ ਹੋਈ ਜੋ ਤੁਧ ਭਾਵੇ ਸਾਈ ਭਲੀ ਕਰ। ਗੁਰੂ ਜੀ ਆਹ ਬੇਨਤੀ ਹੈ, ਬਾਕੀ ਚੰਗਾ ਜੋ ਤੁਸੀਂ ਠੀਕ ਸਮਝਦੇ ਹੋ ਉਹ ਕਰ ਲਓ, ਸਾਨੂੰ ਜ਼ਰੂਰਤ ਜ਼ਰੂਰ ਹੈ, ਤੇ ਬਾਕੀ ਬੇਨਤੀ ਹੈ ਤੁਹਾਡੇ ਅੱਗੇ, ਬਾਕੀ ਤੁਸੀਂ ਜੋ ਤੁਸੀਂ ਠੀਕ ਸਮਝਦੇ ਹੋ, ਠੀਕ ਹੈ। ਅਸੀਂ ਜੀ ਪਤਾ ਨਹੀਂ ਕੀ ਆਇਆ ਕਿ ਠੀਕ ਹੈ, ਕਹਿੰਦੇ ਜੀ ਮੇਰੀ ਵਾਈਫ ਨੂੰ ਨਕਸ਼ਾ ਦਾ ਪਾਸ ਕਰਾਓ, ਕੋਈ ਗੱਲ ਨਹੀਂ। ਅਸੀਂ ਜੀ ਉਹਦਾ ਗਮਾਡਾ ਦੇ ਵਿੱਚੋਂ ਨਕਸ਼ਾ ਅਸੀਂ ਪਾਸ ਪੂਸ ਕਰਵਾ ਲਿਆ, ਥੋੜੇ ਬਹੁਤੇ ਇਧਰੋਂ ਉਧਰੋਂ ਕਰਕੇ ਆਪਣੇ ਮੈਨੇਜ ਕਰਕੇ ਪੈਸੇ ਜਿਹੜੇ ਕੁਛ ਆਪਣੇ GPF ਚੋਂ ਲੈ ਕੇ, ਕੁਛ ਉਧਰੋਂ ਲੈ ਕੇ ਨਕਸ਼ਾ ਪਾਸ ਕਰਾ ਕੇ, ਤੇ ਅਸੀਂ ਇੱਟ ਸਟਵਾ ਲਈ ਤੇ ਕੰਟਰੈਕਟਰ ਨੂੰ ਕਿਹਾ ਵੀ ਚਲ ਤੁਸੀਂ ਨੀਹਾਂ ਤੋਂ ਭਰੋ, ਤੇ ਨੀਹਾਂ ਭਰਾਂਗੇ। ਤੇ ਮੈਂ ਕਿਹਾ ਦੇਖਾ ਜਾਏਗਾ, ਬਾਕੀ ਜੋ ਹੋਗਾ ਉਹ ਦੇਖਾ ਜਾਏਗਾ। ਗੁਰੂ ਜੀ ਦਾ ਆਸ਼ੀਰਵਾਦ ਮੰਗਦੇ ਹੋਏ ਸ਼ੁਰੂਆਤ ਅਸੀਂ ਇਹਦੀ ਕਰਤੀ, ਨੀਹਾਂ ਪੱਟੀਆਂ, ਤੇ ਹੌਲੀ ਹੌਲੀ ਉਹਨੂੰ ਕਿਹਾ ਨੀਹਾਂ ਭਰੋ। ਹੁਣ 3 ਲੱਖ ਕਿੰਨੀ ਕੁ ਦੇਰ ਤੱਕ ਚੱਲਣਾ ਸੀਗਾ? ਉਹ ਇੱਟਾਂ ਆਈਆਂ ਔਰ ਨੀਹਾਂ ਭਰਦੀਆਂ ਸ਼ੁਰੂ ਹੋ ਗਈਆਂ, ਤੇ ਨੀਹਾਂ ਹਾਲੇ ਭਰ ਹੀ ਰਹੇ ਸੀ ਤੇ ਚੱਲ ਰਹੀਆਂ ਸੀਗੀਆਂ। ਤੇ ਮੈਂ ਕਿਹਾ ਚਲੋ ਨੀਹਾਂ ਭਰ ਕੇ ਅਸੀਂ ਸਾਲ 6 ਮਹੀਨੇ ਵਾਸਤੇ ਛੱਡ ਦਾਂਗੇ, ਬਾਰਿਸ਼ ਬੁਰਿਸ਼ ਹੋ ਕੇ ਇਹਦਾ ਪਾਣੀ ਪੂਣੀ ਆਸ-ਪਾਸ ਬੈਠ ਜਾਏਗਾ, ਉਸ ਤੋਂ ਬਾਅਦ ਦੇਖਾਂਗੇ ਸਾਲ 2 ਸਾਲ ਤੱਕ ਕੀ ਹੁੰਦਾ, ਤੇ ਬਾਕੀ ਜੋ ਗੁਰੂ ਜੀ ਚੰਗਾ ਸਮਝਣਗੇ ਉਹ ਆਪੇ ਦੇਖ ਉਹ ਹੋ ਹੀ ਜਾਣਾ ਆਪਣੇ ਆਪ, ਠੀਕ ਹੈ। ਅਸੀਂ ਟੋਟਲੀ ਛੱਡ ਕੇ ਇਸ ਗੱਲ ਨੂੰ ਇਹ ਦਿਮਾਗ 'ਚ ਲੈ ਕੇ ਅਸੀਂ ਨੀਹਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਹਾਲੇ ਨੀਹਾਂ ਚੱਲ ਹੀ ਰਹੀਆਂ ਸੀਗੀਆਂ, ਤੇ ਮੇਰੀ ਛੋਟੀ ਸਿਸਟਰ ਆਈ ਮੇਰੇ ਕੋਲ, ਤੇ ਮੈਨੂੰ ਕਹਿੰਦੀ ਵੀਰੇ ਇਸ ਤਰ੍ਹਾਂ ਹੈ ਕਿ ਤੂੰ ਕੰਸਟਰਕਸ਼ਨ ਕਰ ਰਿਹਾ ਤੇ ਤੂੰ ਕਿੰਨੀ ਜਲਦੀ ਕਰ ਲਏਗਾ? ਮੈਂ ਕਿਹਾ
मैं हाले कंस्ट्रक्शन की नींह भर के छड़ देंगे, मेरे को हाले पैसे पूसे नहीं है, मेरे को 3 लाख ही मैं नींह भर के जिन्नियां भी भर हुई भर के छड़ देंगे, कोई गल नहीं। कहने की होया, मैं थोड़ी पैसे की शॉर्टेज है, कोई गल नहीं, मैं देख लांगे हौली हौली। कहती कोई गल नहीं, पैसे की की प्रॉब्लम है, मेरे को पैसे पे आ, फालतू पे आ, तू अपना काम चला लै, शर्त यह है कि पैसे तू मैनू 6 महीने विच वापस कर दें। ते कि पैसे जिहड़े हैगे आ मेरे को पे आ, तू अपने यूज कर लै, पर प्रॉमिस है कि तू मैनू 6 महीने विच वापस कर देगा। मैं बड़ा सोचा किदा करा किवें ना करा, पैसे लवां या ना लवां, 6 महीने से वापस कर सकूंगा कि नहीं कर सकूंगा, पता नहीं की है। मेरे वाइफ मैनू कहते कोई नहीं हौसला रखो, तुहाडी सिस्टर है, धियां दा पैसा असीं कदी भी नहीं लेट होने देवांगे, जो मर्जी हो जाए आपां कोई इधर उधरों होर एडजस्ट कर लांगे। ते तुसीं यानी कि एक पता नहीं गुरु जी ने ਇਹ ਸਾਡੇ ਆਸ਼ੀਰਵਾਦ ਹੀ ਦਿੱਤਾ ਸਾਨੂੰ, ਇਸ ਰੂਪ ਚ ਭੇਜਿਆ ਹੋਊਗਾ, ਤੁਸੀਂ ਇਹਨਾਂ ਦੇ ਕੋਲੋਂ ਯਾਨੀ ਕਿ ਆਪਣਾ ਲੈ ਲਓ, ਕੰਮ ਚਲਾਓ। 6 ਮਹੀਨੇ ਦੀ ਗੱਲ ਹੈ, 6 ਮਹੀਨੇ ਦੇ ਵਿੱਚ ਤਾਂ ਬੜਾ ਕੁਝ ਹੋ ਜਾਏ, ਪਤਾ ਨਹੀਂ ਕੀ ਆਇਆ ਦਿਮਾਗ। ਮੈਂ ਕਿਹਾ ਠੀਕ ਹੈ, ਮੈਂ ਉਹਨੂੰ ਪ੍ਰੋਮਿਸ ਕੀਤਾ, ਠੀਕ ਹੈ ਤੈਨੂੰ 6 ਮਹੀਨੇ ਵਿੱਚ ਮੈਂ ਪੈਸੇ ਵਾਪਸ ਕਰਾਂਗਾ, ਠੀਕ ਹੈ। ਸੰਗਤ ਜੀ ਉਹਨੇ ਮੈਨੂੰ ਇੰਨੇ ਕੁ ਪੈਸੇ ਦੇਤੇ ਕਿ ਜਿਹਦੇ ਨਾਲ ਮੇਰੇ ਫਸਟ ਫਲੋਰ ਦਾ ਲੈਂਟਰ ਔਰ ਸੈਕੰਡ ਫਲੋਰ ਦਾ ਲੈਂਟਰ ਪੈ ਗਿਆ। ਔਰ ਜਿਹੜਾ ਮੇਰੇ ਵਰਗਾ ਬੰਦਾ ਕਦੀ ਸੋਚ ਨਹੀਂ ਸਕਦਾ ਸੀ ਕਿ ਮੇਰੇ ਕੋਲ ਕੁਛ ਕਦੀ ਮੈਂ ਇਹਦੇ ਯਾਨੀ ਕਿ 2 ਕਮਰੇ ਵੀ ਬਣਾ ਲੂੰਗਾ। ਮੈਂ ਪੂਰੀ ਫਲੋਰ, ਫਸਟ ਫਲੋਰ, ਗਰਾਊਂਡ ਫਲੋਰ ਪੂਰੀ ਕੰਸਟਰਕਟ ਉਹਦੇ ਉੱਤੇ ਲੈਂਟਰ ਵਗੈਰਾ ਪਾ ਕੇ ਸਾਰਾ ਕੁਝ ਮੈਂ ਲੈਂਟਰ ਵਗੈਰਾ ਪਾ ਲਿਆ, ਤੇ ਉਸ ਤੋਂ ਬਾਅਦ ਤਿਆਰੀ ਤੁਰੀ ਹਾਲੇ ਚੱਲ ਰਹੀ ਸੀ। ਤੇ ਉਹ ਇਹ ਨਾਲ ਇਹ ਵੀ ਹੋ ਗਿਆ ਕਿ ਜਿਹੜਾ ਮੈਨੂੰ ਟਾਈਮ ਦਿੱਤਾ ਸੀਗਾ ਉਹ ਟਾਈਮ ਵੀ ਪੂਰਾ ਹੁੰਦਾ ਜਾ ਰਿਹਾ ਸੀ। ਔਰ ਦੇਖੋ ਗੁਰੂ ਜੀ ਦੀ ਕਿਰਪਾ ਮੇਰੇ ਤੇ, ਮੇਰੇ ਕੋਲ ਮੈਂ ਕਿਤੇ ਬਹੁਤ ਪੁਰਾਣੇ ਟਾਈਮ ਦੇ ਵਿੱਚ ਜਦੋਂ ਮੈਂ ਜੌਬ ਤੋਂ ਕੁਝ ਟਾਈਮ ਬਾਅਦ ਮੈਂ ਇੱਕ ਛੋਟਾ ਜਿਹਾ ਘਰ ਲੁਧਿਆਣੇ ਲੈ ਲਿਆ ਸੀਗਾ ਕਿ ਚਲੋ ਮੈਨੂੰ ਰਹਿਣਾ ਪੈਂਦਾ, ਕਿਤੇ ਸਿਰ ਚ ਪਾਉਣ ਵਾਸਤੇ ਥੋੜੀ ਜਿਹੀ ਜਗ੍ਹਾ ਹੋਣੀ ਚਾਹੀਦੀ ਆ। ਉਸ ਟਾਈਮ ਤੇ ਮੈਂ ਬਹੁਤ ਥੋੜੀ ਜਿਹਾ 18-19 ਲੱਖ ਰੁਪਏ ਦਾ ਮੈਂ ਉਹ ਜਿਹੜਾ ਮਕਾਨ ਸੀ ਉਹ ਲੈ ਰੱਖਿਆ ਸੀ, ਵੈਸੇ ਹੀ ਪਿਆ ਸੀ, ਬੰਦ ਸੀ। ਉਹ ਜਦੋਂ ਮੈਂ ਚੰਡੀਗੜ੍ਹ ਆ ਕੇ ਰਹਿਣ ਲੱਗ ਪਿਆ ਸੀ ਤੇ ਉਹ ਮੇਰੀ ਪੋਸਟਿੰਗ ਚੰਡੀਗੜ੍ਹ ਹੋ ਗਈ, ਤੇ ਐਸੀ ਕਿਰਪਾ ਹੋਈ ਗੁਰੂ ਜੀ ਦੀ ਕਿ ਉਹ ਜਿਹੜਾ ਮੇਰਾ ਮਕਾਨ ਪਿਆ ਸੀ ਉੱਥੇ ਉਹਦਾ ਇੱਕ ਗਾਹਕ ਆ ਗਿਆ। ਉਹ ਗ੍ਰਾਹਕ ਮੈਨੂੰ ਕਹਿੰਦਾ ਜੀ ਇਹ ਮੈਨੂੰ ਜ਼ਰੂਰੀ ਚਾਹੀਦਾ, ਕਿਸੇ ਹੋਰ ਨੂੰ ਨਾ ਦਿਓ, ਦੱਸਿਓ ਵੀ ਨਾ ਕਿਸੇ ਨੂੰ, ਜੇ ਤੁਸੀਂ ਵੇਚਣਾ ਤਾਂ ਮੈਨੂੰ ਦੇ ਦਿਓ, ਮੈਂ ਇੰਨੇ ਪੈਸੇ ਤੁਹਾਨੂੰ ਦੇ ਸਕਦਾ। ਮੈਂ ਕਿਹਾ ਕਿੰਨੇ ਪੈਸੇ? ਕਹਿੰਦਾ ਜੀ ਇੰਨਾ ਅਮਾਊਂਟ। ਸੰਗਤ ਜੀ ਮੈਂ ਕਿਹਨਾਂ ਸ਼ਬਦਾਂ ਨਾਲ ਐਕਸਪਲੇਨ ਕਰਾਂ ਕਿ ਉਹ ਪੈਸੇ ਮੈਨੂੰ ਇੰਨੇ ਕੁ ਮਿਲ ਗਏ ਕਿ ਜਿਹੜਾ ਮੈਂ ਸੋਚ ਹੀ ਨਹੀਂ ਸਕਦਾ ਸੀ, ਸੁਪਨਾ ਵੀ ਨਹੀਂ ਲੈ ਸਕਦਾ ਸੀ। ਉਹਦੇ ਨਾਲ ਉਸ ਪੈਸੇ ਵਿੱਚੋਂ ਉਹ ਮੈਂ ਮਕਾਨ ਵੇਚਿਆ, ਵੇਚ ਕੇ ਉਹਦੇ ਵਿੱਚੋਂ ਮੈਂ ਆਪਣੀ ਸਿਸਟਰ ਦੇ ਸਾਰੇ ਪੈਸੇ ਵਾਪਸ ਕੀਤੇ ਔਰ ਮਕਾਨ ਨੂੰ ਕੰਪਲੀਟ ਕਰਵਾਇਆ। ਸਾਰਾ ਕੁਝ ਉਹਦੇ ਵਿੱਚ ਫਰਨਿਸ਼ ਵੀ ਕੀਤਾ, ਕੰਪਲੀਟ ਕਰਾਇਆ। ਇਹ ਹੈ ਗੁਰੂ ਮੇਰੇ ਦੀ ਕਿਰਪਾ ਮੇਰੇ ਤੇ। ਇਹ ਹੈ ਯਾਨੀ ਕਿ ਜਿਹੜੀਆਂ ਚੀਜ਼ਾਂ ਕਦੀ ਸੋਚ ਵੀ ਨਹੀਂ ਸਕਦੇ ਸੀਗੇ ਉਹ ਚੀਜ਼ਾਂ ਮੈਨੂੰ ਯਾਨੀ ਕਿ ਇਹ ਮਿਲੀਆਂ। ਔਰ ਇਹ ਤਾਂ ਲੋਕ ਤਾਂ ਕਹਿੰਦੇ ਨਾ ਜੀ ਕਿ ਏਦਾਂ ਹੋ ਜਾਂਦਾ ਜਾਂ ਕਹਾਣੀਆਂ ਸੁਣਦੇ ਆ, ਮੇਰੇ ਨਾਲ ਤਾਂ ਪ੍ਰੈਕਟੀਕਲ ਹੋਇਆ ਸੰਗਤ ਜੀ। ਔਰ ਜੋ ਕੁਝ ਮੇਰੇ ਨਾਲ ਹੋਇਆ ਮੈਂ ਤੁਹਾਡੇ ਨਾਲ ਸ਼ੇਅਰ, ਔਰ ਮੈਂ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਇਹ ਗੱਲ ਕਰ ਰਿਹਾ ਕਿ ਮੈਂ ਬਿਲਕੁਲ ਜੋ ਕਹਿ ਰਿਹਾ ਉਹ 100% ਜੋ ਮੇਰੇ ਨਾਲ ਹੋਇਆ ਮੈਂ ਉਹੀ ਐਕਸਪੀਰੀਅੰਸ ਕਰ ਰਿਹਾ। ਕੋਈ ਵੀ ਗੱਲ ਵਧਾ ਕੇ ਜਾਂ ਘਟਾ ਕੇ ਮੈਂ ਨਹੀਂ ਦੱਸ ਰਿਹਾ। ਗੁਰੂ ਜੀ ਦੀ ਕਿਰਪਾ ਇੰਨੀ ਹੋਈ ਕਿ ਇਹ ਤਾਂ ਮੈਂ ਫਿਰ ਕਹੂੰਗਾ ਵੀ ਇਹ ਵੀ ਮੇਰੇ ਵਾਸਤੇ ਤਾਂ ਸ਼ੁਰੂਆਤ ਹੀ ਸੀ। ਮੇਰਾ ਘਰ ਬਣ ਗਿਆ। ਉਸ ਤੋਂ ਬਾਅਦ ਐਸੀ ਸੋਚ ਫਿਰ ਮੇਰੇ ਨਾਲ ਇੱਕ ਹੋਰ ਘਟਨਾ ਹੋਈ। ਇਹ ਘਟਨਾ ਵੀ ਮੇਰੇ ਵਾਸਤੇ ਬਹੁਤ ਬਹੁਤ ਹੈਰਾਨਕੁਨ ਘਟਨਾ ਹੋਈ ਮੇਰੇ ਨਾਲ, ਜਿਹੜੀ ਮੈਂ ਸੰਗਤ ਜੀ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਜਾ ਰਿਹਾ। ਇਹ ਮੈਂ ਚੰਡੀਗੜ੍ਹ ਮੇਰੀ ਪੋਸਟਿੰਗ ਹੋ ਗਈ ਔਰ
ਚੰਡੀਗੜ੍ਹ ਮੈਂ ਆਪਣਾ ਇੱਥੇ ਮੈਨੂੰ ਉਸ ਟਾਈਮ ਤੇ ਮੈਂ ਐਸਡੀਐਮ ਦਾ ਕੰਮ ਕਰ ਰਿਹਾ ਸੀਗਾ, ਔਰ ਇੱਥੇ ਮੋਹਾਲੀ ਔਰ ਡੇਰਾਬੱਸੀ ਇੱਥੇ ਸੀਗਾ। ਤਾਂ ਮੇਰੀ ਇਹ ਕੰਸਟਰਕਸ਼ਨ ਜਿਹੜੀ ਸੀ ਇਹ ਚੱਲ ਰਹੀ ਸੀ ਇਸੇ ਘਰ ਦੀ, ਮੈਂ ਤੁਹਾਨੂੰ ਦੱਸ ਰਿਹਾ। ਮੈਂ ਡਾਇਬਟਿਕ ਥੋੜੀ ਜਿਹੀ ਮੈਨੂੰ ਪ੍ਰੋਬਲਮ ਹੈ, ਤਾਂ ਮੈਂ ਯੂਜ਼ਲੀ ਡਾਇਬਟਿਕ ਦੀ ਟੈਬਲੇਟ ਲੈ ਕੇ ਤਾਂ ਮੈਂ ਸਵੇਰੇ ਆਫਿਸ ਚਲਾ ਜਾਂਦਾ ਸੀ। ਤਾਂ ਬੈਠੇ ਬੈਠੇ ਮੇਰੇ ਮਨ ਦੇ ਵਿੱਚ ਆਇਆ ਕਿ ਮੇਰਾ ਆਫਿਸ ਉਸ ਟਾਈਮ ਤੇ, ਹਾਂ ਮੈਨੂੰ ਯਾਦ ਹੈ, ਉਸ ਟਾਈਮ ਤੇ ਮੇਰਾ ਆਫਿਸ ਮੈਂ ਆ ਗਿਆ ਸੀ, ਹਾਂ ਡੇਰਾਬੱਸੀ ਸੀ, ਠੀਕ ਹੈ ਡੇਰਾਬੱਸੀ ਸੀ। ਡੇਰਾਬੱਸੀ ਤੋਂ ਮੇਰਾ ਮਨ ਆਇਆ ਕਿ ਚਲੋ ਮੈਂ ਆਪਣੀ ਕੰਸਟਰਕਸ਼ਨ ਜਿਹੜੀ ਚੱਲ ਰਹੀ ਹੈ ਮੈਂ ਉਹਨੂੰ ਦੇਖ ਕੇ ਆਣਾ, ਕਿਵੇਂ ਚੱਲ ਰਹੀ ਹੈ, ਕੋਈ ਪ੍ਰੋਬਲਮ ਤਾਂ ਨਹੀਂ, ਕੁਛ ਹੈ ਤਾਂ ਨਹੀਂ। ਔਰ ਮੈਂ ਮੈਡੀਸਿਨ ਲਈ ਹੈ ਔਰ ਮੈਂ ਆ ਗਿਆ, ਆ ਕੇ ਦੇਖਿਆ ਕੰਮ ਆਪਣਾ ਚੱਲ ਰਿਹਾ ਸੀਗਾ। ਛੋਟੇ ਮੋਟੇ ਥੋੜੇ ਵਰਕਰ ਲੱਗੇ ਸੀ, ਲਾਸਟ ਟੱਚ ਸੀ ਚੱਲ ਰਹੇ ਸੀਗੇ। ਤੇ ਮੈਂ ਛੱਤ ਤੇ ਗਿਆ, ਦੇਖਿਆ ਕਿ ਮੇਰੇ ਨਾ ਜਿਹੜੀ ਸੈਕੰਡ ਫਲੋਰ ਦੇ ਉੱਪਰ ਮਮਟੀ ਹੁੰਦੀ ਹੈ, ਮਮਟੀ ਦੇ ਉੱਪਰ ਵਾਟਰ ਟੈਂਕਸ ਲੱਗੇ ਸੀ 2, ਉਹਨਾਂ ਵਿੱਚੋਂ ਪਾਣੀ ਲੀਕ ਕਰਕੇ ਤਾਂ ਉਹ ਸਾਈਡ ਦੀ ਦੀਵਾਰ ਤੋਂ ਉਹਦਾ ਮੋਇਸਚਰ ਵਗੈਰਾ ਸਾਰਾ ਬਾਹਰ ਆ ਰਿਹਾ ਸੀ, ਸੀਪੇਜ ਵਗੈਰਾ ਹੋ ਰਿਹਾ ਸੀ। ਮੈਂ ਕਿਹਾ ਵੀ ਇਸ ਨੂੰ ਮੈਂ ਦੇਖਾ ਉੱਪਰ ਕੀ ਕੋਈ ਹੈ ਵੀ, ਮੈਂ ਦੇਖਿਆ ਵਰਕਰਸ ਆਪਣੇ ਦੇਖੇ, ਵਰਕਰ ਦੇ ਵਿੱਚ ਕੋਈ ਵੀ ਨਹੀਂ ਸੀਗਾ ਉੱਥੇ, ਇੱਕ ਸਿਰਫ ਲੇਬਰ ਦੇ ਵਿੱਚੋਂ ਇੱਕ ਲੇਡੀ ਉੱਥੇ ਸਿਰਫ ਇੱਟਾਂ ਚੱਕ ਰਹੀ ਸੀਗੀ। ਤੇ ਚਲੋ ਉਹ ਆਪਣਾ ਕੰਮ ਕਰੇ, ਮੈਂ ਦੇਖਿਆ ਪਾਣੀ ਤਾਂ ਲੀਕ ਕਰ ਰਿਹਾ, ਮੈਂ ਕਿਹਾ ਮੈਂ ਦੇਖਦਾ ਚੜ ਕੇ ਕੀ ਪ੍ਰੋਬਲਮ ਹੈ। ਔਰ ਮੈਂ ਉੱਥੇ ਲੱਕੜ ਦੀ ਪੌੜੀ ਜਿਹੜੀ ਹੁੰਦੀ ਹੈ ਨਾ ਉਹ ਮੈਂ ਲਗਾਈ, ਤੇ ਮੈਂ ਆਪ ਹੀ, ਮੈਂ ਕਿਹਾ 10 ਫੁੱਟ ਦੀ ਤਾਂ ਉਚਾਈ ਹੈ, ਥੱਲੇ ਇੱਕ ਫਲੋਰ ਗਰਾਊਂਡ ਫਲੋਰ 10 ਫੁੱਟ, ਉਸ ਤੋਂ ਉੱਪਰ 10 ਫੁੱਟ 20 ਫੁੱਟ, ਉਹਦੇ ਉੱਪਰ ਜਿਹੜੀ ਸੈਕੰਡ ਫਲੋਰ ਤੋਂ ਉੱਪਰ ਫਿਰ 10 ਫੁੱਟ ਸੀ। ਮੈਂ ਸੈਕੰਡ ਫਲੋਰ ਦੇ ਉੱਤੇ ਉਹ ਪੌੜੀ ਲਗਾ ਕੇ ਮੈਂ ਮਮਟੀ ਦੇ ਉੱਤੇ 10 ਫੁੱਟ ਮਮਟੀ 12 ਫੁੱਟ ਦੇ ਉੱਤੇ ਮੈਂ ਚੜ ਗਿਆ। ਮੈਂ ਸੰਗਤ ਜੀ ਜਦੋਂ ਮੈਂ ਛੱਤ ਦੇ ਉੱਤੇ ਪਹੁੰਚਣੇ ਵਾਲਾ ਹੀ ਸੀਗਾ ਜਾਂ ਪਹੁੰਚਿਆ ਸੀ, ਮੈਨੂੰ ਅੱਛੇ ਤਰੀਕੇ ਨਾਲ ਯਾਦ ਨਹੀਂ, ਜਾਂ ਮੇਰੀ ਮੈਡੀਸਨ ਦਾ ਅਸਰ ਹੋਇਆ ਜਾਂ ਕੀ ਹੋਇਆ ਮੈਨੂੰ ਨਹੀਂ ਪਤਾ ਲੱਗਾ ਕਿ ਮੇਰੇ ਨਾਲ ਕੀ ਹੋਇਆ। ਮੈਨੂੰ ਉਸ ਤੋਂ ਬਾਅਦ ਕੁਝ ਵੀ ਹੋਸ਼ ਨਹੀਂ, ਮੈਨੂੰ ਬਸ ਇੰਨਾ ਦੱਸਿਆ ਗਿਆ ਕਿ ਇਹ ਤੂੰ ਉਸ ਤੋਂ ਬਾਅਦ ਉੱਥੋਂ ਹੀ ਛੱਤ ਤੋਂ ਤੁਸੀਂ ਨੀਚੇ ਗਿਰ ਗਏ। ਛੱਤ ਤੋਂ ਪੌੜੀ ਸਲਿੱਪ ਕੀਤੀ, ਉਹ ਲੱਕੜ ਦੀ ਪੌੜੀ ਸੀ, ਨੀਚੇ ਟਾਈਲਾਂ ਲੱਗੀਆਂ ਸੀ, ਔਰ ਉੱਥੋਂ ਸਲਿੱਪ ਕਰਕੇ ਮੈਂ ਵੀ ਉਸ ਤੋਂ ਨੀਚੇ ਗਿਰ ਗਿਆ। ਨੀਚੇ ਗਿਰਨ ਦੇ ਨਾਲ ਸੰਗਤ ਜੀ ਹੋਇਆ ਇਹ ਕਿ ਜਦੋਂ ਮੈਂ ਨੀਚੇ ਗਿਰਿਆ, ਕਿਰਪਾ ਇਹ ਹੋ ਗਈ ਕਿ ਮੈਂ ਨੀਚੇ ਗਿਰਨ ਲੱਗੇ 30 ਫੁੱਟ ਨੀਚੇ ਨਹੀਂ ਗਿਆ, ਮੇਰੀ ਪੌੜੀ ਇਸ ਤਰੀਕੇ ਨਾਲ ਗਿਰੀ ਕਿ ਮੈਂ ਉਹ ਸਿਰਫ 10 ਫੁੱਟ ਵਾਲੇ ਪਾਸੇ ਉਧਰ ਦੇ ਪਾਸੇ ਨੀਚੇ ਗਿਰਿਆ। ਜਦੋਂ ਮੈਂ ਨੀਚੇ ਗਿਰਿਆ ਔਰ ਨੀਚੇ ਗਿਰਦੇ ਸਾਰ ਟਾਈਲਾਂ ਜਿਹੜੀਆਂ ਅੱਜ ਕੱਲ੍ਹ ਘਰਾਂ ਦੇ ਵਿੱਚ ਨੀਚੇ ਟਾਈਲਾਂ ਲੱਗਦੀਆਂ, ਉਸ ਟਾਈਲਾਂ ਉੱਤੇ ਇੱਕ ਭੱਠੇ ਵਾਲੀ ਇੱਟ ਜਿਹੜੀ ਹੁੰਦੀ ਹੈ ਉਹ ਉੱਥੇ ਪਈ ਸੀ, ਮੇਰਾ ਸਿਰ ਜਾ ਕੇ ਉਹਦੇ ਵਿੱਚ ਲੱਗਾ। ਜਦੋਂ ਮੇਰਾ ਉਹਦੇ ਵਿੱਚ ਸਿਰ ਲੱਗਾ, ਮੈਨੂੰ ਤਾਂ ਕੁਝ ਨਹੀਂ ਪਤਾ, ਮੈਨੂੰ ਤਾਂ ਕਿ ਇਸ ਚੀਜ਼ ਦਾ ਮੈਨੂੰ ਤਾਂ ਦੱਸਿਆ ਗਿਆ ਉੱਥੇ ਸਾਰੇ ਬਾਅਦ ਦੇ ਵਿੱਚ ਕਿ ਤੁਹਾਡਾ ਉਹਦੇ ਵਿੱਚ ਸਿਰ ਲੱਗਾ। ਸਿਰ ਲੱਗਣ ਨਾਲ ਇਹ ਹੋਇਆ ਕਿ ਮੇਰੇ ਸਿਰ ਦੇ ਵਿੱਚੋਂ ਬਲੀਡਿੰਗ, ਮੇਰੇ ਨੱਕ ਦੇ ਵਿੱਚੋਂ ਬਲੀਡਿੰਗ, ਮੇਰੇ ਕੰਨਾਂ ਵਿੱਚੋਂ ਬਲੀਡਿੰਗ, ਮੇਰੇ ਮੂੰਹ ਦੇ ਵਿੱਚੋਂ ਬਲੀਡਿੰਗ, ਇੰਨੀ ਬਲੀਡਿੰਗ ਹੋਈ ਕਿ ਮੇਰੇ ਕੱਪੜੇ ਸਾਰੇ ਸੀ ਉੱਥੇ ਭਰ ਗਏ ਔਰ ਮੈਂ ਬੇਹੋਸ਼ ਹੋ ਕੇ ਉੱਥੇ ਗਿਰ ਗਿਆ। ਔਰ ਮੈਨੂੰ ਬਾਅਦ ਦੇ ਵਿੱਚ ਇਹ ਦੱਸਿਆ ਗਿਆ ਕਿ ਉਸ ਲੇਡੀ ਨੇ ਬੜਾ ਸ਼ੋਰ ਮਚਾਇਆ, ਜਿਹੜੀ ਵਰਕਰ ਸੀ ਉੱਥੇ, ਵੀ ਉਹ ਗਿਰ ਗਿਆ, ਉਠਾਓ। ਉਹਨੇ ਥੱਲੇ ਲੇਬਰ ਦਾ ਇੱਕ ਅੱਧਾ ਬੰਦਾ ਕੋਈ ਹੋਰ, ਉਹਨੇ ਬੁਲਾਇਆ, ਮੇਰਾ ਕਾਰਪੈਂਟਰ ਸੀ ਕਿਤੇ ਨਜ਼ਦੀਕ ਦੇ ਵਿੱਚ, ਉੱਥੇ ਕਿਤੇ ਹੋਰ ਲਾਗੇ ਕੋਠੀ ਤੇ ਕੰਮ ਕਰ ਰਿਹਾ, ਉਹਨੂੰ ਬੁਲਾਇਆ, ਉਹਨੇ ਮੇਨ ਠੇਕੇਦਾਰ ਨੂੰ ਬੁਲਾਇਆ, ਠੇਕੇਦਾਰ ਗੱਡੀ ਲੈ ਕੇ ਆਇਆ, ਉਹਨਾਂ ਨੇ 3-4 ਬੰਦਿਆਂ ਨੇ ਇਕੱਠੇ ਹੋ ਕੇ ਮੈਨੂੰ ਉਸੇ ਤਰੀਕੇ ਨਾਲ ਉਠਾ ਕੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਮੈਨੂੰ ਪਾਇਆ। ਔਰ ਮੈਨੂੰ ਇਸ ਗੱਲ ਦਾ ਕੁਝ ਨਹੀਂ ਪਤਾ, ਮੈਨੂੰ ਕੋਈ ਹੋਸ਼ ਨਹੀਂ ਸੀ ਉਸ ਟਾਈਮ ਤੇ। ਮੇਰੇ ਕੱਪੜੇ ਉਹ ਦੱਸ ਰਹੇ ਨੇ ਕਿ ਤੁਹਾਡੇ ਵਿੱਚੋਂ ਖੂਨ ਦੇ ਟਿਪਕੇ ਨੀਚੇ ਗਿਰ ਰਹੇ ਸੀਗੇ, ਔਰ ਪੂਰੇ ਕੱਪੜੇ ਖੂਨ ਨਾਲ ਲੱਥਪੱਥ ਹੋ ਗਏ ਸੀ। ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਉਠਾਇਆ, ਗੱਡੀ ਵਿੱਚ ਆਪਣੀ ਚ ਪਾ ਕੇ ਮੈਨੂੰ ਇੱਥੋਂ ਤਕਰੀਬਨ 7-8 ਕਿਲੋਮੀਟਰ ਦੇ ਡਿਸਟੈਂਸ ਦੇ ਉੱਤੇ ਮੈਕਸ ਹਸਪੀਟਲ ਮੋਹਾਲੀ ਮੈਨੂੰ ਉੱਥੇ ਲੈ ਗਏ। ਉੱਥੇ ਲਿਜਾ ਕੇ ਮੈਨੂੰ ਫਿਰ ਵੀ ਕੋਈ ਹੋਸ਼ ਨਹੀਂ,
ਉੱਥੇ ਲੈ ਗਏ। ਉੱਥੇ ਲਿਜਾ ਕੇ ਮੈਨੂੰ ਇਹ ਦੱਸ ਰਿਹਾ ਉਹ ਠੇਕੇਦਾਰ ਜੀ, ਮੈਨੂੰ ਦੱਸਦੇ ਕਹਿੰਦੇ ਵੀ ਅਸੀਂ ਤੁਹਾਡੀ ਵਾਈਫ ਨੂੰ ਫੋਨ ਕੀਤਾ ਭਈ ਇਦਾਂ ਇਦਾਂ ਗਿਰ ਗਿਆ, ਸੱਟ ਜ਼ਿਆਦਾ ਲੱਗ ਗਈ ਆ, ਉਹਨਾਂ ਨੂੰ ਅਸੀਂ ਗੱਡੀ ਵਿੱਚ ਪਾ ਲਿਆ, ਦੱਸੋ ਕਿ ਹਸਪੀਟਲ ਪੀਜੀਆਈ ਲੈ ਕੇ ਜਾਈਏ, ਫੋਰਟਿਸ ਲੈ ਕੇ ਜਾਈਏ ਜਾਂ ਕਿਤੇ ਹੋਰ ਲੈ ਕੇ ਜਾਓ। ਕਹਿੰਦੇ ਨੇ ਜੀ ਨਜ਼ਦੀਕ ਜਿਹੜਾ ਕਹਿੰਦਾ ਅੱਛਾ ਹਸਪੀਟਲ ਕਹਿੰਦਾ ਮੈਕਸ ਆ, ਕਹਿੰਦਾ ਮੈਕਸ ਲੈ ਜਾਓ। ਮੈਨੂੰ ਮੈਕਸ ਲੈ ਗਏ। ਮੈਕਸ ਹਸਪੀਟਲ ਵਿੱਚ ਲੈ ਕੇ ਉੱਥੇ ਸੰਗਤ ਜੀ ਮੈਨੂੰ ਉਠਾਇਆ ਗਿਆ। ਉੱਥੇ ਸੌਰੀ ਮੈਨੂੰ ਉਹਨਾਂ ਨੇ ਸਟ੍ਰੈਚਰ ਤੇ ਪਾ ਕੇ ਮੈਨੂੰ ਐਮਰਜੈਂਸੀ ਚ ਲੈ ਗਏ। ਐਮਰਜੈਂਸੀ ਦੇ ਵਿੱਚ ਤੋਂ ਬਾਅਦ ਮੈਨੂੰ ਉਹਨਾਂ ਨੇ ਉੱਪਰ ਲੈ ਗਏ। ਮੈਨੂੰ ਕੁਝ ਵੀ ਨਹੀਂ ਪਤਾ। ਮੈਨੂੰ ਇਹ ਦੱਸ ਰਹੇ ਨੇ ਪਰਿਵਾਰ ਦੇ ਬੰਦੇ ਕਿ ਤੁਸੀਂ ਉੱਥੇ ਤਕਰੀਬਨ 11-12 ਦਿਨ ਹਸਪੀਟਲ ਦੇ ਵਿੱਚ ਕੋਮੇ ਦੇ ਵਿੱਚ ਰਹੇ। ਮੈਨੂੰ ਕੋਈ ਵੀ ਸੋਚ ਸਮਝ, ਕੋਈ ਥਿੰਕਿੰਗ, ਕੋਈ ਵੀ ਕੁਝ ਨਹੀਂ ਬਚਿਆ। ਮੈਂ ਬਿਲਕੁਲ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਹਸਪੀਟਲ ਚ ਜਾਂ ਕਿੱਥੇ ਆ, ਮੈਂ ਬੇਹੋਸ਼ ਪਿਆ ਹਾਂ। ਠੀਕ ਹੈ। ਕਹਿੰਦੇ ਫਿਰ ਮੈਨੂੰ ਮੇਰੇ ਪਰਿਵਾਰ ਦੱਸਦਾ, ਮੇਰੀ ਵਾਈਫ ਦੱਸਦਾ ਵੀ ਥੋੜੀ ਜਦੋਂ ਤੁਸੀਂ ਦਿਮਾਗ ਥੋੜਾ ਜਿਹਾ ਤੁਹਾਡਾ ਐਕਟਿਵ ਹੋਣ ਲੱਗਾ ਤਾਂ ਤੁਸੀਂ ਜਿਹੜੇ ਡਾਕਟਰ ਨੇ ਤੁਹਾਨੂੰ ਸਿਰੰਜਸ ਵਗੈਰਾ ਲਗਾਉਂਦੇ ਸੀਗੇ ਜਾਂ ਕੋਈ ਇੰਜੈਕਸ਼ਨ ਵਗੈਰਾ ਲਾਉਂਦੇ ਸੀ, ਤੁਸੀਂ ਉਹਨੂੰ ਫੜ ਕੇ ਖਿੱਚ ਲੈਂਦੇ ਸੀਗੇ। ਫਿਰ ਉਹਨਾਂ ਨੇ ਮੈਨੂੰ, ਮੇਰੇ ਵਾਈਫ ਨੇ ਦੱਸਿਆ ਕਿ ਤੁਹਾਡੇ ਹੱਥ ਔਰ ਪੈਰ ਜਿਹੜੇ ਸੀਗੇ ਹਸਪੀਟਲ ਦੇ ਵਿੱਚ ਉਹ ਬੈੱਡ ਦੇ ਨਾਲ ਬੰਨ੍ਹ ਦਿੱਤੇ ਤਾਂ ਕਿ ਮੈਂ ਹੱਥ ਪੈਰ ਵੀ ਨਾ ਹਿਲਾਵਾਂ, ਕਿਉਂਕਿ ਮੈਨੂੰ ਨਾ ਤਾਂ ਡ੍ਰਿਪ ਲੱਗ ਸਕਦੀ ਸੀ, ਨਾ ਮੈਂ ਲਗਾਉਣ ਦਿੰਦਾ ਸੀ। ਤੇ ਮੈਂ ਜੋ ਮੈਨੂੰ ਮੂੰਹ ਚ ਆਇਆ ਉਹ ਬੋਲੀ ਜਾ ਰਿਹਾ ਸੀ ਔਰ ਮੈਨੂੰ ਕੁਝ ਨਹੀਂ ਸੀ ਪਤਾ ਕਿ ਮੈਂ ਕਿੱਥੇ ਆ ਕਿੱਥੇ ਨਹੀਂ। ਔਰ ਇਹ ਚੱਕਰ ਜਿਹੜਾ ਸੀ ਤਕਰੀਬਨ 11-12 ਦਿਨ ਬਾਅਦ 12 ਦਿਨ ਚੱਲਦੇ ਰਹੇ, ਇਦਾਂ ਚੱਲਦਾ ਰਿਹਾ। ਔਰ ਇਸ 11-12 ਦਿਨ ਦੇ ਵਿੱਚ ਡਾਕਟਰਸ ਨੇ ਜਦੋਂ ਮੈਨੂੰ ਐਗਜ਼ਾਮਿਨ ਕੀਤਾ, ਉਹਨੇ ਇਹ ਕਿਹਾ ਕਿ ਇਸ ਦੇ ਬ੍ਰੇਨ ਦੇ ਵਿੱਚ ਜਿਹੜੀ ਹੈ ਹੈਡ ਦੇ ਵਿੱਚ ਸੱਟ ਲੱਗੀ, ਸਕਲ ਦੇ ਵਿੱਚ। ਔਰ ਇਹ ਸੱਟ ਜਿਹੜੀ ਇੰਨੀ ਜ਼ਿਆਦਾ ਹੈ ਕਿ ਇਹਦੇ ਵਿੱਚ ਨਾ ਇਹਨਾਂ ਦੀ ਜਿਹੜੇ ਸਕਲ ਦੇ ਵਿੱਚ ਫ੍ਰੈਕਚਰ ਹੋ ਗਿਆ ਔਰ ਹੋ ਸਕਦਾ ਕਿ ਬ੍ਰੇਨ ਦੀ ਸਰਜਰੀ ਕਰਨੀ ਪਏ। ਔਰ ਫਿਰ ਵੀ ਥੋੜੀ ਦੇਰ ਵੇਟ ਕਰ ਲੈਂਦੇ ਆ, ਦੇਖ ਲੈਂਦੇ ਆ, ਪਰ ਫ੍ਰੈਕਚਰ ਉੱਥੇ ਜ਼ਰੂਰ ਹੈ। ਸੀਟੀ ਸਕੈਨ, ਇਹ ਸਕੈਨ, ਉਹ ਸਕੈਨ, ਮੈਨੂੰ ਨਹੀਂ ਪਤਾ। ਮੈਨੂੰ ਤਾਂ ਸਾਰਾ ਕੁਝ ਬਾਅਦ ਚ ਪਤਾ ਲੱਗਾ ਹੈ ਕਿ ਮੇਰੀ ਇਹ ਸਕੂਨ ਜਿਹੜੀ ਹੈ ਸਾਰੀ ਉਹਨਾਂ ਨੇ ਕੀਤੀਆਂ। ਤੇ ਉਹਨਾਂ ਨੇ ਇਹ ਵੀ ਮੇਰੀ ਵਾਈਫ ਨੂੰ ਕਹਿਤਾ ਕਿ ਹੋ ਸਕਦਾ ਸਾਨੂੰ ਬ੍ਰੇਨ ਦੀ ਸਰਜਰੀ ਕਰਨੀ ਪਏ ਔਰ ਅਸੀਂ ਡਾਕਟਰ ਨੂੰ ਕਹਿ ਦਿੱਤਾ ਹੈਗਾ ਅਗਰ ਜ਼ਰੂਰਤ ਪਈ ਤਾਂ ਤੁਹਾਡੀ ਅਸੀਂ ਕੰਸੈਂਟ ਲਵਾਂਗੇ। ਕੋਈ ਗੱਲ ਨਹੀਂ, ਕਹਿੰਦੇ ਜੀ ਜੋ ਵੀ ਠੀਕ ਹੈ ਚਲੋ। ਔਰ ਉਸ ਤੋਂ ਬਾਅਦ ਮੈਨੂੰ ਉੱਥੇ ਡ੍ਰਿਪ ਲੱਗੀ ਰਹੀ, ਮੈਡੀਸਿਨ ਦਿੱਤੀ, 11-12 ਦਿਨ ਸਿਸਟਮ ਜਿਹਾ ਚੱਲਦਾ ਰਿਹਾ। ਔਰ 12-13 ਦਿਨ ਬਾਅਦ ਮੈਨੂੰ ਥੋੜੀ ਹੋਸ਼ ਆਈ, ਪਰ ਮੇਰਾ ਕੋਈ ਕੁਛ ਮੈਨੂੰ ਇੰਨਾ ਨਹੀਂ। ਜਦੋਂ ਮੈਨੂੰ ਥੋੜੀ ਹੋਸ਼ ਆਈ ਤਾਂ ਮੇਰੇ ਇਸ ਡਿਊਰੇਸ਼ਨ ਦੇ ਦੌਰਾਨ ਮੇਰੇ ਅੱਛੇ ਦੋਸਤ ਮਿੱਤਰ ਜਿਹੜੇ ਸੀ, ਕੋਈ ਆਫੀਸਰਸ ਲੈਵਲ ਦੇ ਮੇਰੇ IAS ਆਫੀਸਰਸ, ਕੁਝ ਮੇਰੇ ਕੋਈ ਡਿਪਟੀ ਕਮਿਸ਼ਨਰ ਵਗੈਰਾ, ਜਾਂ ਮੇਰੇ ਕੋਈ ਜੱਜਸ ਦੋਸਤ ਸੀਗੇ, ਕੋਈ ਹਾਈ ਕੋਰਟ ਦੇ ਜੱਜਸ ਸਾਹਿਬਾਨ, ਸਾਰੇ ਉਹ ਮੈਨੂੰ ਦੇਖਣ, ਜਿਨ੍ਹਾਂ ਦਾ ਮੇਰੇ ਲਿੰਕ ਸੀਗੇ, ਮੈਨੂੰ ਮੇਰਾ ਹਾਲ ਚਾਲ ਪੁੱਛਣ ਆਉਂਦੇ ਰਹੇ। ਉਹਨਾਂ ਦੇ ਆਉਣ ਦੇ ਨਾਲ ਇੰਨਾ ਮੈਕਸ ਹਸਪੀਟਲ ਦੇ ਵਿੱਚ ਥੋੜਾ ਜਿਹਾ ਹੋ ਗਿਆ ਵੀ ਹਾਂ ਇਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਜਾਣਦਾ ਹੈ। ਪਰ ਜਾਣਦੇ ਤਾਂ ਮੈਨੂੰ ਮੇਰੇ ਗੁਰੂ ਜੀ ਸੀ, ਆਸ਼ੀਰਵਾਦ ਤਾਂ ਮੈਨੂੰ ਮੇਰੇ ਗੁਰੂ ਜੀ ਦੱਸੇਗਾ। ਮੇਰੇ ਬੇਸ਼ੱਕ ਮੇਰੇ ਜਿੱਥੇ ਮਰਜ਼ੀ ਫ੍ਰੈਕਚਰ ਸੀ, ਜੇ ਸੀ ਉਹ ਸੀ, ਉਹ ਕਹਿੰਦੇ ਸੀ ਸਰਜਰੀ ਹੋਣੀ ਹੈ, ਤਾਂ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀਗਾ। ਪਰ ਉਹ ਇੱਕ ਮਾਹੌਲ ਬਣ ਗਿਆ ਕਿ ਉਹਨਾਂ ਨੇ, ਡਾਕਟਰਸ ਨੇ ਇਹ ਕਿਹਾ ਕਿ ਨਹੀਂ ਇਹਨਾਂ ਦਾ ਇੰਨੀ ਜਲਦੀ ਨਾ ਕਰੋ, ਥੋੜੀ ਵੇਟ ਕਰੋ। 14-15 ਦਿਨ ਬਾਅਦ ਮੈਨੂੰ ਥੋੜੀ ਹੋਸ਼ ਆਈ। ਜਦੋਂ ਮੈਨੂੰ ਥੋੜੀ ਹੋਸ਼ ਆਈ ਤਾਂ ਮੈਨੂੰ ਇਹਨਾਂ ਨੇ ਇਹ ਕਹਿਤਾ ਜੀ ਕੋਈ ਗੱਲ ਨਹੀਂ, ਮੇਰੀ ਵਾਈਫ ਮੈਨੂੰ ਦੱਸ ਰਹੀ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਜਿਹੜੀ ਫ੍ਰੈਕਚਰ ਹੈਗਾ ਉਹਦੇ ਵਿੱਚ, ਉਹ ਸਕਲ ਦੇ ਵਿੱਚ ਫ੍ਰੈਕਚਰ ਹੈ, ਉਹ ਬਿਲਕੁਲ ਮਾਈਨਰ ਫ੍ਰੈਕਚਰ ਹੈ, ਇਹਨੂੰ ਅਸੀਂ ਜੇ ਕੁਝ ਕਰਾਂਗੇ ਤਾਂ ਹੋ ਸਕਦਾ ਕੋਈ ਪ੍ਰੋਬਲਮ ਨਾ ਆਵੇ। ਇਹਨਾਂ ਨੂੰ ਹੋਸ਼ ਆ ਗਈ ਆ, ਇਹ ਅੱਗੇ ਨਾਲੋਂ ਕੰਪੈਰੀਟਿਵਲੀ ਬੈਟਰ ਹੈਗੇ ਆ, ਅਸੀਂ ਇਹਨਾਂ ਨੂੰ ਬਹੁਤੀ ਦੇਰ ਰੱਖਾਂਗੇ ਨਹੀਂ, ਤੁਸੀਂ ਇਹਨਾਂ ਨੂੰ ਆਰਾਮ ਨਾਲ ਘਰ ਲੈ ਜਾਓ। ਕੋਈ ਹੋਰ ਤਾਂ ਕੋਈ ਮੇਜਰ ਪ੍ਰੋਬਲਮ ਸਾਨੂੰ ਕੋਈ ਲੱਗਦੀ ਨਹੀਂ। ਜਿਹੜਾ ਇਹਨਾਂ ਦੇ ਵਿੱਚ ਨੱਕ ਦੀ ਬਲੀਡਿੰਗ ਹੋਈ ਆ, ਕੰਨਾਂ ਦੀ ਬਲੀਡਿੰਗ ਹੋਈ ਆ, ਮੂੰਹ ਦੀ ਬਲੀਡਿੰਗ ਹੋਈ ਆ, ਉਹਦੇ ਨਾਲ ਇਹਨਾਂ ਦਾ ਬਚਾਅ ਹੋ ਗਿਆ, ਰਾਦਰ ਨੁਕਸਾਨ ਹੋਣ ਦੇ ਨਾਲ ਬਚਾਅ ਹੋ ਗਿਆ। ਸੰਗਤ ਜੀ 15 ਦਿਨ 14 ਦਿਨ ਹਸਪੀਟਲ ਰਹਿਣ ਤੋਂ ਬਾਅਦ ਮੈਨੂੰ ਘਰ ਲੈ ਆਏ, ਮੇਰੇ ਘਰ ਲੈ ਆਏ।
ਮੇਰੇ ਘਰ ਲਿਆਇਆ ਤਾਂ ਮੈਨੂੰ ਉੱਥੇ ਲਿਆ ਕੇ ਮੈਨੂੰ ਥੋੜੀ ਥੋੜੀ ਹੋਸ਼ ਹੈ ਕਿ ਮੈਨੂੰ ਉੱਥੋਂ ਹਸਪੀਟਲ ਦੇ ਵਿੱਚੋਂ ਮੈਨੂੰ ਲੈ ਆਏ ਔਰ ਮੈਨੂੰ ਆਪਣੇ ਘਰ ਚੰਡੀਗੜ੍ਹ ਦੇ ਵਿੱਚ ਜਿੱਥੇ ਮੈਂ ਰਹਿ ਰਿਹਾ ਸੀ ਉੱਥੇ ਮੈਨੂੰ ਬੈੱਡ ਦੇ ਉੱਤੇ ਇਹਨਾਂ ਨੇ ਲਿਟਾ ਦਿੱਤਾ। ਉੱਥੇ ਸੰਗਤ ਜੀ ਮੈਂ ਲੇਟਿਆ ਔਰ ਲੇਟ ਕੇ ਜੋ ਮੇਰੇ ਨਾਲ ਉਸ ਟਾਈਮ ਤੇ ਹੋਈ ਸੰਗਤ ਜੀ, ਇਹ ਜਿਹੜੀ ਚੀਜ਼ ਹੈ ਔਰ ਇਹ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਚੀਜ਼ ਮੈਂ ਬਹੁਤ ਘੱਟ ਅੱਜ ਤੱਕ ਮੈਂ ਸ਼ੇਅਰ ਕੀਤੀ ਹੈ, ਪਰ ਸੰਗਤ ਜੀ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਾਂਗਾ ਕਿ ਮੇਰੇ ਨਾਲ ਜੋ ਹੋਇਆ ਉਸ ਤੋਂ ਬਾਅਦ। ਸੰਗਤ ਜੀ, ਜਦੋਂ ਮੈਂ ਉੱਥੇ ਲੇਟਿਆ ਹੋਇਆ ਸੀ ਤੇ ਮੈਨੂੰ ਇੱਕ ਸੁਪਨਾ ਜਿਹਾ ਆ ਰਿਹਾ, ਸੁਪਨਾ ਜਿਹਾ ਜਿੱਦਾਂ ਮੈਂ ਇਹੀ ਕਹੂੰਗਾ ਕਿ ਹਾਂ ਸੁਪਨਾ, ਮੈਨੂੰ ਸੁਪਨਾ ਸ਼ੁਰੂ ਹੋ ਗਿਆ। ਮੈਂ ਸੋ ਰਿਹਾ ਹਾਂ, ਮੈਨੂੰ ਸੁਪਨਾ ਆ ਰਿਹਾ। ਸੁਪਨਾ ਕੀ ਆਇਆ ਕਿ ਮੈਂ ਇੱਕ ਇਹੋ ਜਿਹੀ ਜਗ੍ਹਾ ਦੇ ਵਿੱਚ ਬੈਠਾ ਕਿ ਜਿੱਥੇ ਨਾ ਕੁਛ ਵੀ ਨਜ਼ਰ ਨਹੀਂ ਆ ਰਿਹਾ, ਜੰਗਲ ਹੈ, ਇੱਕ ਲੌਨ ਜਿਹਾ ਬਣਿਆ ਪਿਆ, ਉਸ ਲੌਨ ਦੇ ਵਿੱਚ 6-7 ਕੁਰਸੀਆਂ ਪਈਆਂ ਸੈਮੀ ਸਰਕਲ ਦੇ ਵਿੱਚ ਲੱਗੀਆਂ, ਲੱਕੜ ਦੀਆਂ ਕੁਰਸੀਆਂ ਸਿੰਪਲ ਜਿਹੀਆਂ, ਤੇ ਉੱਥੇ ਘਾਹ ਵੀ ਕਿੰਨਾ ਉੱਚਾ ਉੱਚਾ ਹੋਇਆ ਪਿਆ, ਤੇ ਉੱਥੇ ਉਹਨਾਂ ਕੁਰਸੀਆਂ ਦੇ ਉੱਤੇ 6-7 ਲੋਕ ਬੈਠੇ ਨੇ, 6-7 ਲੋਕ ਬੈਠੇ ਨੇ। ਔਰ ਮੈਂ ਦੇਖਿਆ ਆਪਣੇ ਆਪ ਨੂੰ, ਮੈਂ ਤਾਂ ਬਿਲਕੁਲ ਛੋਟਾ ਬੱਚਾ ਹੋ ਗਿਆ, ਬਿਲਕੁਲ ਮੇਰਾ ਕੱਦ ਇੱਦਾਂ ਛੋਟੇ ਬੱਚੇ ਜਿੰਨਾ ਹੋ ਗਿਆ, ਜਿੱਦਾਂ ਮੈਂ ਛੋਟਾ ਬੱਚਾ ਹੁੰਦਾ ਸਾਲ ਦਾ, 6 ਮਹੀਨੇ ਦਾ, ਉਹ ਸਾਲ ਦਾ ਹੋਏਗਾ ਜਿਹਨੂੰ ਚੱਲ ਸਕਦਾ। ਮੈਂ ਦੇਖ ਰਿਹਾ ਕਿ ਮੇਰੇ ਸਾਹਮਣੇ ਕੁਰਸੀਆਂ ਪਈਆਂ ਆ, ਉਹ 6-7 ਲੋਕ ਬੈਠੇ ਨੇ, ਪਰ ਮੈਂ ਬੋਲ ਸਕਦਾ ਥੋੜਾ ਥੋੜਾ। ਮੈਂ ਦੇਖ ਰਿਹਾ ਉਹਨਾਂ ਵੱਲ, ਇੱਕ ਲਾਸਟ ਕਾਰਨਰ ਵਾਲੀ ਕੁਰਸੀ ਉੱਤੇ ਇੱਕ ਸਰਦਾਰ ਜੀ ਬੈਠੇ ਆ। ਸਰਦਾਰ ਜੀ ਨੇ ਸਿਰ ਤੇ ਦਸਤਾਰ ਵੀ ਨਹੀਂ ਬੰਨੀ ਔਰ ਧੋਤੀ ਲਗਾਈ ਹੋਈ ਹੈ, ਔਰ ਪੁਰਾਣੇ ਟਾਈਮ ਦੇ ਵਿੱਚ ਜਿੱਤੇ ਲੁੰਗੀ ਸੌਰੀ ਝੱਗੀ ਹੁੰਦੀ ਸੀ, ਪੰਜਾਬੀ ਚ ਅਸੀਂ ਕਹਿੰਦੇ ਝੱਗੀ, ਜਿਹਨੂੰ ਪੁਰਾਣੇ ਬਜ਼ੁਰਗ ਪਾਉਂਦੇ ਹੁੰਦੇ, ਜਿਹਦੀਆਂ ਪੌਕਟਾਂ ਕਾਫੀ ਹੁੰਦੀਆਂ ਸੀ, ਇੱਕੋ ਸਫੇਦ ਰੰਗ ਦੀ ਝੱਗੀ ਪਾਈ ਹੈ, ਸਿਰ ਦੇ ਉੱਤੇ ਦਸਤਾਰ ਨਹੀਂ ਬੰਨੀ ਤੇ ਆਪਣੇ ਬਾਲ ਬੰਨੇ ਹੋਏ ਨੇ, ਤੇ ਉਹਨਾਂ ਦੇ ਪਿੱਛੇ ਤੇ ਗੁਰੂ ਜੀ ਖੜੇ ਮੇਰੇ, ਉਹ ਸਟੇਜ ਦੇ ਪਿੱਛੇ ਗੁਰੂ ਜੀ ਖੜੇ ਆ। ਮੈਂ ਕਿਹਾ ਗੁਰੂ, ਉਹ ਮੇਰੇ ਗੁਰੂ ਜੀ ਖੜੇ ਆ, ਉਹ ਦੇਖੋ ਮੇਰੇ ਗੁਰੂ ਜੀ ਖੜੇ ਆ। ਮੈਂ ਗੁਰੂ ਜੀ ਨੂੰ ਦੇ ਚਰਨਾਂ ਵਿੱਚ ਨਮਸਕਾਰ ਕੀਤਾ ਤੇ ਮੈਂ ਕਿਹਾ ਗੁਰੂ ਜੀ ਤੁਸੀਂ ਇੱਥੇ ਕੀ ਕਰਦੇ ਹੋ? ਮੈਨੂੰ ਕਹਿੰਦੇ ਮੈਂ ਤਾਂ ਜੋ ਕਰਦਾ ਤੂੰ ਕੀ ਕਰ ਰਿਹਾ ਇੱਥੇ? ਮੈਂ ਕਿਹਾ ਗੁਰੂ ਜੀ ਮੈਂ ਤਾਂ ਬਸ ਮਿਲਣ ਆ ਗਿਆ ਤੁਹਾਨੂੰ, ਮੈਂ ਤਾਂ ਨਹੀਂ ਹੁਣ ਜਾਣਾ ਵਾਪਸ। ਕਿਉਂ ਜਾਣਾ, ਕਿਉਂ ਨਹੀਂ? ਗੁਰੂ ਜੀ ਇੱਥੇ ਬਹੁਤ ਮੌਜਾਂ ਆ, ਬਹੁਤ ਮੌਜਾਂ ਇੱਥੇ। ਕੀ ਮੌਜਾਂ? ਗੁਰੂ ਜੀ ਇੱਥੇ ਇੰਨੀਆਂ ਮੌਜਾਂ, ਮੈਨੂੰ ਭੁੱਖ ਹੀ ਨਹੀਂ ਲੱਗਦੀ, ਮੈਨੂੰ ਰੋਟੀ ਖਾਣ ਦੀ ਜ਼ਰੂਰਤ ਹੀ ਨਹੀਂ, ਮੈਨੂੰ ਪੈਸਾ ਕਮਾਉਣ ਦੀ ਕੋਈ ਤਮੰਨਾ ਹੀ ਨਹੀਂ, ਮੈਨੂੰ ਕੋਈ ਥਕਾਵਟ ਹੀ ਨਹੀਂ ਹੁੰਦੀ। ਮੈਂ ਜਿੱਥੇ ਜਾਣਾ ਹੁੰਦਾ ਮੈਂ ਆਪਣੇ ਜਿਹੜੇ ਹੱਥ ਹਿਲਾਉਣਾ ਔਰ ਮੇਰੇ ਹੱਥ ਮੇਰੇ ਪਰ ਬਣ ਜਾਂਦੇ, ਮੈਂ ਉੱਡ ਕੇ ਚਲਾ ਜਾਂਦਾ। ਮੈਨੂੰ ਪਿਆਸ ਹੀ ਨਹੀਂ ਲੱਗਦੀ, ਮੈਨੂੰ ਟੈਨਸ਼ਨ ਹੀ ਕੋਈ ਨਹੀਂ, ਮੈਂ ਤਾਂ ਪੂਰੇ ਆਨੰਦ ਵਿੱਚ ਹਾਂ। ਗੁਰੂ ਜੀ ਮੈਂ ਨਹੀਂ ਜਾਣਾ ਵਾਪਸ। ਗੁਰੂ ਜੀ ਕਹਿੰਦੇ ਚੁੱਪ। ਮੈਂ ਗੁਰੂ ਜੀ ਉਹ ਸਰਦਾਰ ਜੀ ਜਿਹੜੇ ਬੈਠੇ ਆ ਇਹ ਕੌਣ ਹੈ? ਕਹਿੰਦੇ ਕੋਈ ਨਹੀਂ। ਨਹੀਂ, ਮੈਂ ਕਿਹਾ ਗੁਰੂ ਜੀ ਮੈਨੂੰ ਦੱਸੋ ਇਹ ਕੌਣ ਨੇ? ਕਹਿੰਦੇ ਗੁਰੂ ਜੀ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਨੇ। ਮੈਂ ਕਿਹਾ ਗੁਰੂ ਜੀ ਸਾਡੇ ਘਰ ਤਾਂ ਗੁਰੂ ਨਾਨਕ ਦੇਵ ਜੀ ਦੇ ਬਹੁਤ ਸਰੂਪ ਲੱਗੇ ਹੋਆ, ਉਹਨਾਂ ਦੇ ਤਾਂ ਏਦਾਂ ਦਸਤਾਰ ਬੰਨੀ ਹੁੰਦੀ ਹੈ, ਏਦਾਂ ਹੁੰਦਾ ਸਾਰਾ ਕੁਛ, ਤੇ ਉਹ ਤਾਂ ਨਹੀਂ ਹੈ। ਕਹਿੰਦੇ ਤੁਹਾਡੇ ਵਾਲੇ ਜਿਹੜੇ ਸਰੂਪ ਲੱਗੇ ਹੋਏ ਉਹ ਉਹਨਾਂ ਬਾਰੇ ਤਾਂ ਕੀ ਕਹਿਣਾ, ਪਰ ਆਹ ਦੇਖੋ ਇਹ ਬੈਠੇ ਨੇ ਅਸਲ। ਅੱਛਾ ਜੀ, ਹਾਂਜੀ। ਮੈਂ ਸਭ ਨੂੰ ਨਮਸਕਾਰ ਕੀਤਾ ਔਰ ਉਸ ਤੋਂ ਬਾਅਦ ਗੁਰੂ ਜੀ ਕਹਿੰਦੇ ਚੱਲ ਵਾਪਸ। ਮੈਂ ਕਿਹਾ ਗੁਰੂ ਜੀ ਮੈਨੂੰ ਰੱਖ ਲਓ ਇੱਥੇ। ਨਹੀਂ ਨਹੀਂ, ਚਲੋ ਵਾਪਸ, ਹਾਲੇ ਬਹੁਤ ਜ਼ਿੰਮੇਵਾਰੀਆਂ ਨੇ, ਬਹੁਤ ਕੰਮ ਨੇ, ਹਾਲੇ ਹੋਰ ਬਹੁਤ ਸਾਰੇ ਕੰਮ ਤੁਸੀਂ ਪੂਰੇ ਕਰਨੇ ਆ। ਗੁਰੂ ਜੀ ਮੈਨੂੰ ਰੱਖ ਲਓ, ਮੇਰਾ ਮਨ ਨਹੀਂ ਹੈ ਜਾਣ ਦਾ, ਮਨ ਨਹੀਂ ਹੈ, ਮਨ ਦੀ ਗੱਲ ਨਹੀਂ ਹੈ, ਜਾਓ ਵਾਪਸ, ਬਹੁਤ ਸਾਰੇ ਕੰਮ। ਚਲੋ ਏਦਾਂ ਕਰੋ, ਇੱਥੋਂ ਦੀ ਏਦਾਂ ਚਲੇ ਜਾਓ। ਮੈਂ ਕਿਹਾ ਗੁਰੂ ਜੀ ਮੈਂ ਇੱਥੋਂ ਦੀ ਏਦਾਂ ਕਿੱਦਾਂ ਚੱਲੂ ਜਾਊਂਗਾ? ਜਿੱਥੋਂ ਦੀ ਤੁਸੀਂ ਕਹਿ ਰਹੇ ਜਾਣ ਨੂੰ,
ਇਹ ਤਾਂ ਅੱਗੇ ਦਰਿਆ ਆ, ਅੱਗੇ ਤਾਂ ਬਹੁਤ ਵੱਡਾ ਦਰਿਆ ਆ। ਉਹ ਪਹਾੜੀ ਦੇ ਉੱਤੇ ਮੈਂ ਇੱਥੇ ਪਹਾੜੀ ਜੀ ਤੇ ਬੈਠਾ, ਜੇ ਮੈਂ ਇੱਥੇ ਡਿੱਗੂਗਾ ਤੇ ਮੈਂ ਤਾਂ ਮਰ ਜਾਊਂ। ਮੈਨੂੰ ਗੁਰੂ ਜੀ ਹੱਸ ਪਏ, ਕਹਿੰਦੇ ਅੱਗੇ ਤੂੰ ਬਹੁਤ ਜੀਣੇ ਤੁਰਿਆ ਫਿਰਦਾ। ਮੈਂ ਕਿਹਾ ਗੁਰੂ ਜੀ ਮੈਨੂੰ ਨਹੀਂ ਪਤਾ, ਮੈਂ ਇੱਥੋਂ ਨਹੀਂ ਜਾ ਸਕਦਾ, ਮੈਨੂੰ ਕੋਈ ਇੰਤਜ਼ਾਮ ਕਰਕੇ ਦਿਓ। ਗੁਰੂ ਜੀ ਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ, ਉੱਥੋਂ ਇੱਕ, ਅਗਰ ਸੰਗਤ ਜੀ ਅਗਰ ਤੁਹਾਨੂੰ ਪਤਾ ਹੋਵੇ, ਬਚਪਨ ਦੇ ਵਿੱਚ ਨਾ ਕਲਮ, ਕਾਨੇ ਦੀ ਕਲਮ ਹੁੰਦੀ ਇੱਕ, ਉਦਾਂ ਦੀ ਕਲਮ ਜਿਹੜੀ ਸੀ, ਉਹ ਕਾਨੇ ਦੇ ਪੀਸਸ ਸੀਗੇ ਗੁਰੂ ਜੀ ਦੀ ਪਾਕਟ ਵਿੱਚ, ਉਹਨਾਂ ਨੂੰ ਧਾਗੇ ਨਾਲ, ਜਿਹੜਾ ਸਿਲਾਈ ਵਾਲਾ ਧਾਗਾ ਹੁੰਦਾ, ਸਿਲਾਈ ਵਾਲਾ ਧਾਗਾ ਜਿਹੜਾ ਮਸ਼ੀਨਾਂ 'ਚ ਯੂਜ਼ ਕਰਦੇ ਸਫੇਦ ਰੰਗ ਦਾ, ਉਹਦੇ ਨਾਲ ਬੰਨਿਆ ਹੋਇਆ ਸੀ ਉਹਨਾਂ ਨੂੰ। ਗੁਰੂ ਜੀ ਨੇ ਉਹ ਆਪਣੀ ਪਾਕਟ 'ਚੋਂ ਕੱਢਿਆ ਔਰ ਉਸਨੂੰ ਏਦਾਂ ਖੋਲਿਆ, ਘੁਮਾ ਕੇ ਖੋਲਿਆ, ਉਹ ਪੂਰਾ ਇੱਕ ਨਾ ਪੁਲ ਬਣ ਗਿਆ ਉਸ ਦਰਿਆ ਦੇ ਉੱਪਰ। ਮੈਨੂੰ ਕਹਿੰਦੇ ਚੱਲ ਹੁਣ ਇੱਥੋਂ ਚੱਲ। ਮੈਂ ਕਿਹਾ ਗੁਰੂ ਜੀ ਮੈਂ ਜਾਵਾਂ? ਠੀਕ ਹੈ, ਜਾ, ਹਲੇ ਬਹੁਤ ਕੰਮ ਆ ਤੇਰੇ, ਕੰਮ ਪੂਰੇ ਕਰੋ, ਆਪਣੀਆਂ ਜਿਹੜੀ ਜ਼ਿੰਮੇਵਾਰੀਆਂ ਪੂਰੇ ਕਰੋ। ਮੈਂ ਉੱਥੋਂ ਟੱਪਦਾ ਮੈਂ ਉੱਥੋਂ ਵਾਪਸ ਆ ਗਿਆ, ਟੱਪਦਾ ਆ ਗਿਆ। ਔਰ ਸੰਗਤ ਜੀ ਮੈਂ ਉਸ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਮੈਂ ਜਦੋਂ ਵਾਪਸ ਆਇਆ ਤੇ ਮੈਂ ਫਿਰ ਆਪਣੇ ਆਪ ਨੂੰ ਪਾਇਆ ਕਿ ਮੈਂ ਤਾਂ ਉਸ ਬੈੱਡ ਦੇ ਉੱਤੇ ਲੇਟਿਆ ਆ। ਔਰ ਮੇਰੀ ਬੈੱਡ ਦੇ ਉੱਪਰ ਜਦੋਂ ਮੈਂ ਲੇਟਿਆ ਔਰ ਮੈਂ ਦੇਖਿਆ ਕਿ ਮੇਰੇ ਨਾ ਥੋੜੀ ਮੈਨੂੰ ਹੋਸ਼ ਆਈ ਔਰ ਮੇਰੇ ਪੈਰਾਂ ਦੇ ਉੱਤੇ ਬਹੁਤ ਭਾਰ ਜਿਹਾ, ਮੈਨੂੰ ਲੱਗਾ ਕਿ ਮੇਰੇ ਪੈਰਾਂ ਦੇ ਉੱਤੇ ਇੰਨਾ ਭਾਰ ਕਿਸ ਚੀਜ਼ ਦਾ ਆ। ਤੇ ਮੈਂ ਅੱਖ ਖੁੱਲੀ ਮੇਰੀ ਤੇ ਮੈਂ ਦੇਖਿਆ ਕਿ ਮੇਰਾ ਕਮਰਾ ਤਕਰੀਬਨ ਖਾਲੀ ਹੈ, ਮੇਰੇ ਪੈਰਾਂ ਤੇ ਕਿਸ ਚੀਜ਼ ਦਾ ਭਾਰ। ਜਦ ਦੇਖਿਆ ਤਾਂ ਮੈਂ ਇੱਕ ਡੌਗ ਰੱਖਿਆ, ਉਹ ਡੌਗ ਮੇਰੇ ਪੈਰਾਂ ਦੇ ਉੱਪਰ ਬੈਠਾ ਸੀ। ਮੈਂ ਜਦੋਂ ਉਹਨੇ ਆਪਣੇ ਪੈਰਾਂ ਨੂੰ ਹਿਲਾਇਆ ਤੇ ਉਹਦਾ ਮੈਂ ਡੌਗ ਦਾ ਨਾਂ ਰੱਖਿਆ ਐਪਸੋ। ਮੈਂ ਕਿਹਾ ਐਪਸੋ ਪਰੇ ਹੋ ਜਾ। ਜਦੋਂ ਮੈਂ ਕਿਹਾ ਨਾ ਪਰੇ ਹੋ ਜਾ, ਉਹ ਡੌਗ ਮੇਰੇ ਪੈਰਾਂ ਤੋਂ ਉੱਠਿਆ, ਭੌਂਕਦਾ ਮੇਰੇ ਸਾਰੇ ਕਮਰਿਆਂ ਦੇ ਵਿੱਚ ਜ਼ੋਰ ਦੀ ਭੌਂਕਿਆ। ਪਤਾ ਨਹੀਂ ਉਸ ਟਾਈਮ ਤੋਂ ਕੋਈ ਵੀ ਨਹੀਂ ਬੈਠਾ ਸੀ ਮੇਰੇ ਕੋਲ, ਕੋਈ ਡਿਸਟਰਬੈਂਸ ਨਹੀਂ, ਉਹ ਸਿਰਫ ਡੌਗ ਮੇਰੇ ਪੈਰਾਂ ਤੇ ਬੈਠਾ। ਉਹ ਉੱਠ ਕੇ ਭੱਜ ਕੇ ਗਿਆ, ਉੱਚੀ ਭੌਂਕਿਆ। ਮੇਰੇ ਜਿਹੜੇ ਬਾਕੀ ਫੈਮਿਲੀ ਮੈਂਬਰ ਜਿਹੜੇ ਇੱਧਰ ਉੱਧਰ ਬੈਠੇ ਸੀ ਸਾਰੇ ਮੇਰੇ ਕੋਲ ਆ ਗਏ। ਮੈਨੂੰ ਕਹਿੰਦੇ ਕੀ ਹੋਇਆ? ਮੈਂ ਕਿਹਾ ਜੀ ਹੋਇਆ ਕੁਛ ਨਹੀਂ, ਮੈਨੂੰ ਗੁਰੂ ਜੀ ਨੇ ਭੇਜ ਦਿੱਤਾ। ਸੰਗਤ ਜੀ ਮੈਂ ਕਿਵੇਂ ਐਕਸਪਲੇਨ ਕਰਾਂ? ਮੈਂ ਇਹ ਜੋ ਮੇਰੇ ਨਾਲ ਹੋਇਆ, ਇਹ ਸੰਗਤ ਜੀ ਇਹ ਬਿਲਕੁਲ 100% ਮੇਰੇ ਤੇ ਗੁਰੂ ਜੀ ਦਾ ਆਸ਼ੀਰਵਾਦ, ਗੁਰੂ ਜੀ ਦੀ ਅਨੰਤਮ ਕਿਰਪਾ ਮੇਰੇ ਤੇ ਹੋਈ ਹੈ। ਮੈਂ ਆਪਣੀ ਇਹ ਜਿਹੜੇ ਸਾਹ ਵੀ ਹੈ, ਹੁਣ ਮੈਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣੇ ਘਰ ਮੰਦਿਰ ਦੇ ਵਿੱਚ ਬੈਠਾ, ਮੈਨੂੰ ਇਹ ਸਿਰਫ ਇਹ ਗੁਰੂ ਜੀ ਦੀ ਬਦੌਲਤ ਆ ਕਿ ਮੈਂ ਇਹ ਸਾਹ ਵੀ ਅੱਜ ਗੁਰੂ ਜੀ ਦੇ ਦਿੱਤੇ ਸਾਹ ਹੈ ਮੇਰੇ ਕੋਲ, ਜਿਹੜੇ ਮੈਂ ਲੈ ਰਿਹਾ। ਔਰ ਮੈਂ ਕਈ ਵਾਰੀ ਹੱਸਦਾ ਹੁੰਦਾ ਕਿ ਇਹ ਤਾਂ ਮੈਂ ਆਪਣੇ ਬੋਨਸ ਦੀ ਜ਼ਿੰਦਗੀ ਯਾਨੀ ਕਿ ਮੈਂ ਤਾਂ ਪੂਰੀ ਕਰ ਸਕਿਆ। ਇਹ ਬੋਨਸ ਜਿਹੜਾ ਮੈਨੂੰ ਗੁਰੂ ਜੀ ਨੇ ਦਿੱਤਾ, ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ। ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਇਹ 2018 ਦਸੰਬਰ ਦੀ ਗੱਲ ਹੈ। ਮੈਂ ਕਈ ਵਾਰੀ ਕਹਿੰਦਾ ਅਦਰਵਾਈਜ਼ ਤਾਂ ਮੈਨੂੰ ਅੱਜ ਗਏ ਨੂੰ ਵੀ 4 ਸਾਲ ਹੋ ਜਾਣੇ ਸੀ। ਔਰ ਮੈਂ ਉਸੇ ਘਰ ਦੇ ਵਿੱਚ ਜਿਹੜਾ ਗੁਰੂ ਜੀ ਨੇ ਮੈਨੂੰ ਘਰ ਦਿੱਤਾ, ਔਰ ਮੈਂ ਉਸੇ ਹੀ ਜਗ੍ਹਾ ਦੇ ਯਾਨੀ ਕਿ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਸੇ ਘਰ 'ਚ ਬੈਠਾ ਆ। ਔਰ ਉਹ ਸਾਹ ਜਿਹੜੇ ਮੈਨੂੰ ਗੁਰੂ ਜੀ ਨੇ ਦਿੱਤੇ ਵਾ, ਉਹਦੇ ਨਾਲ ਮੈਂ ਆਪਣੇ ਸਾਹ ਲੈ ਰਿਹਾ। ਇਹ ਮੇਰੀ ਜ਼ਿੰਦਗੀ, ਇਸ ਤੋਂ ਵੱਧ ਕੀ ਕਿਰਪਾ ਹੋ ਸਕਦੀ ਹੈ? ਲੋਕਾਂ ਨੂੰ ਮੈਂ ਕਹਿੰਦਾ ਕਿ ਹੋ ਸਕਦਾ ਕਿਸੇ ਨੂੰ ਕੋਈ ਆਸ਼ੀਰਵਾਦ, ਕਿਸੇ ਨੂੰ ਕੋਈ, ਮੈਨੂੰ ਤਾਂ ਗੁਰੂ ਜੀ ਨੇ ਭੰਡਾਰ ਦਿੱਤਾ, ਮੇਰੀ ਜ਼ਿੰਦਗੀ ਮੈਨੂੰ ਦੇ ਦਿੱਤੀ ਗੁਰੂ ਜੀ ਨੇ। ਇਹ ਸਾਰੀ ਕਿਰਪਾ ਮੇਰੇ ਤੇ ਗੁਰੂ ਜੀ ਦੀ ਆ। ਮੇਰੇ ਸਾਹ ਵੀ ਮੇਰੇ ਗੁਰੂ ਜੀ ਨੇ ਮੈਨੂੰ ਦਿੱਤੇ ਆ, ਮੇਰੀ ਜ਼ਿੰਦਗੀ ਵੀ ਮੈਨੂੰ ਗੁਰੂ ਜੀ ਨੇ ਦਿੱਤੀ ਆ। ਉਸ ਤੋਂ ਬਾਅਦ ਸੰਗਤ ਜੀ ਮੈਂ ਕੀ ਐਕਸਪਲੇਨ ਕਰਾਂ? ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਫਿਸਰ ਬਣਾਵਾਂ ਤੇ ਮੇਰਾ ਕੋਈ ਬੱਚਾ IAS ਬਣੇ, PCS ਬਣੇ। ਪਰ ਫਿਰ ਉਹੀ ਗੱਲ, ਮੈਂ ਕਹਿੰਦਾ ਗੁਰੂ ਜੀ ਜੋ ਤੁਹਾਨੂੰ ਭਾਵੇ ਸਾਈ ਭਲੀ ਕਾਰ। ਮੈਂ ਕਿ ਗੁਰੂ ਜੀ ਜੋ ਤੁਹਾਨੂੰ ਠੀਕ ਲੱਗੇਗਾ ਠੀਕ ਹੈ। ਬੱਚੇ ਮੈਨੂੰ ਕਹਿੰਦੇ, ਮੇਰਾ ਬੇਟਾ ਕਹਿੰਦਾ ਪਾਪਾ ਜੋ ਤੁਹਾਡੀ ਹਾਲਤ ਦੇਖੀ, ਜਿੰਨਾ ਕੰਮ ਤੁਸੀਂ ਕਰਦੇ ਹੋ, ਮੈਂ ਤਾਂ ਤੁਹਾਡੇ ਨਾਲ ਨਹੀਂ ਆ ਸੈਟਿਸਫਾਈਡ ਇਸ ਗੱਲ ਤੋਂ ਕਿ ਮੈਂ ਇੱਥੇ IAS ਬਣਾ, ਮੈਂ ਤਾਂ ਕੈਨੇਡਾ ਚਾਹੁੰਦਾ। ਮੈਂ ਕਿਹਾ ਕੋਈ ਨਹੀਂ। ਮੈਂ ਗੁਰੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਦੇਖੋ। ਮੈਂ ਤਾਂ ਏਦਾਂ, ਮੈਨੂੰ ਤਾਂ ਇੰਨੀ ਸਮਝ ਵੀ ਨਹੀਂ ਕਿ ਮੈਨੂੰ ਇੰਨੀ ਸੋਝੀ ਵੀ ਨਹੀਂ ਕਿ ਮੈਂ ਕਰ ਸਕਾਂ। ਜੋ ਤੁਹਾਨੂੰ ਠੀਕ ਲੱਗਦਾ ਇਹਨਾਂ ਦਾ ਕਰੋ। ਔਰ ਸੰਗਤ ਜੀ 30 ਦਿਨ ਦੇ ਵਿੱਚ ਬੱਚੇ ਨੇ ਅਪਲਾਈ ਕੀਤਾ। 30 ਦਿਨ ਦੇ ਵਿੱਚ ਇਸ ਬੱਚੇ ਨੂੰ ਵੀਜ਼ਾ ਸਭ ਕੁਝ ਆ ਗਿਆ।
ਬੱਚਿਆਂ ਨੇ ਉੱਥੇ, ਮੇਰੇ ਬੇਟੇ ਨੇ ਜਾ ਕੇ ਉੱਥੇ ਵੱਡੇ ਨੇ ਮਾਸਟਰ ਕੀਤੀ ਇੰਜੀਨੀਅਰਿੰਗ ਦੇ ਵਿੱਚ। ਇਸ ਵੇਲੇ ਬਹੁਤ ਅੱਛੀ ਕੰਪਨੀ ਦੇ ਵਿੱਚ ਮੈਨੇਜਰ ਦੀ ਪੋਸਟ ਹੈ ਕੈਨੇਡਾ ਦੇ ਵਿੱਚ। ਛੋਟਾ ਬੇਟਾ ਉਹ ਕਹਿੰਦਾ ਮੈਂ ਵੀ ਜੇ ਗਿਆ ਤੇ ਮੈਂ ਵੀ ਜਾਣਾ। ਮੈਂ ਕਿਹਾ ਬੇਟਾ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੋ। ਮੈਂ ਕਿਹਾ ਫਿਰ ਮੈਂ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਔਰ ਉਹੀ ਗੱਲ ਹੋਈ। ਉਹ ਵੀ 2 ਮਹੀਨੇ ਵਿੱਚ ਉਹ ਵੀ ਚਲਾ ਗਿਆ। ਉਹ ਵੀ ਜਾ ਕੇ ਉੱਥੇ ਉਸਨੇ ਆਪਣੀ ਮਾਸਟਰ ਕੀਤੀ ਬਿਜ਼ਨਸ ਮੈਨੇਜਮੈਂਟ ਵਿੱਚ ਔਰ ਉਹ ਵੀ ਬਹੁਤ ਅੱਛੀ ਕੰਪਨੀ ਦੇ ਵਿੱਚ ਉੱਥੇ ਜੌਬ ਕਰ ਰਿਹਾ। ਉਸ ਤੋਂ ਬਾਅਦ ਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਮੇਰੇ ਤੇ ਕਿ ਮੈਂ ਤੁਹਾਨੂੰ ਮੈਂ ਦੱਸਾਂ, ਕਈ ਇਹ ਤਾਂ ਹਰ ਬੰਦਾ ਆਪਣੇ ਵਾਸਤੇ ਤਾਂ ਮੰਗਦਾ। ਇੱਕ ਛੋਟੀ ਜਿਹੀ ਘਟਨਾ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਸੰਗਤ ਜੀ ਕਿ ਇਹ ਜਸਟ 1.5 ਸਾਲ ਪੁਰਾਣੀ ਗੱਲ ਹੈ। ਮੈਂ ਇਸੇ ਘਰ ਦੇ ਵਿੱਚ ਰਹਿ ਰਿਹਾ। ਉੱਥੇ ਮੇਰਾ ਇੱਕ ਸਰਵੈਂਟ ਹੈ, ਮੈਂ ਯੂਪੀ ਤੋਂ ਲੜਕਾ, ਮੇਰਾ ਕੁੱਕ ਹੈ, ਖਾਣਾ ਖੂਣਾ ਬਣਾਉਂਦਾ, ਇੱਥੇ ਸਭ ਕੁਝ ਕਰਦਾ। ਔਰ ਮੇਰੇ ਘਰ ਦੇ ਵਿੱਚ ਗੁਰੂ ਜੀ ਦਾ ਮੰਦਿਰ ਬਣਿਆ ਪਿਆ ਔਰ ਸਾਰਾ ਪਰਿਵਾਰ ਸਾਡਾ ਜ਼ਰੂਰ ਗੁਰੂ ਜੀ ਦੇ, ਅਸੀਂ ਬੈਠ ਕੇ ਗੁਰੂ ਜੀ ਦੇ ਮੰਦਿਰ ਦੇ ਵਿੱਚ ਬੈਠ ਕੇ ਆਪਣਾ ਜੋ ਵੀ ਮੰਤਰ ਜਾਪ ਜੋ ਵੀ ਕਰਨਾ ਅਸੀਂ ਉਹ ਕਰਦੇ ਹਾਂ। ਔਰ ਸਿਰਫ ਇਹਦੇ ਨਾਲ ਇਹ ਹੋਇਆ ਕਿ ਸਾਡੇ ਘਰ ਦੇ ਵਿੱਚ ਕਿ ਜਿਹੜੇ ਮੇਰੇ ਇਹ ਸਰਵੈਂਟਸ ਵਗੈਰਾ ਹੈਗੇ, ਇਹ ਵੀ ਆ ਕੇ ਮੰਦਿਰ ਦੀ ਸਫਾਈ ਤੇ ਗੁਰੂ ਜੀ ਦੇ ਨੂੰ ਮੱਥਾ ਟੇਕ ਜਾਂਦੇ ਆ। ਇੱਥੇ ਆ ਕੇ ਉਹ ਵੀ ਜੈ ਗੁਰੂ ਜੀ ਕਰ ਜਾਂਦੇ। ਔਰ ਫਿਰ ਗੁਰੂ ਜੀ ਦੀ ਕਿਰਪਾ ਤਾਂ ਫਿਰ ਜਦੋਂ ਚੱਲਦੀ ਹੈ ਫਿਰ ਤਾਂ ਉਹ ਤਾਂ ਫਿਰ ਕਮਾਲ ਹੋ ਜਾਂਦੀ ਹੈ। ਹੋਇਆ ਇਹ ਸੰਗਤ ਜੀ ਕਿ ਇਹ ਮੇਰਾ ਕੁੱਕ ਹੈ, ਇਹਦਾ ਬੇਟਾ ਅੱਜ ਦੀ ਹੁਣ ਇਹ ਤਕਰੀਬਨ 2 ਸਾਲ ਦਾ ਹੋਇਆ। ਇਹ ਜਿਸ ਵੇਲੇ ਬੱਚਾ 10-11 ਮਹੀਨੇ ਦਾ ਸੀ, ਇਹਦਾ ਬੱਚਾ ਉਹ ਯੂਪੀ ਦੇ ਵਿੱਚ, ਇਹ ਲੜਕਾ ਯੂਪੀ ਤੋਂ ਆ ਤੇ ਯੂਪੀ ਦੇ ਵਿੱਚ ਲਖਨਊ ਦੇ ਲਾਗੇ ਇਹਨਾਂ ਦਾ ਪਿੰਡ ਹੈ ਤੇ ਉਹ ਉੱਥੇ ਰਹਿ ਰਿਹਾ ਸੀ ਬੱਚਾ ਤੇ ਆਪਣੀ ਮਦਰ ਦੇ ਨਾਲ, ਤੇ ਇਹ ਮੇਰੇ ਕੋਲ ਕੰਮ ਕਰਦਾ। ਤੇ ਇਹ ਬੱਚਾ ਉਹਦਾ ਬਿਮਾਰ ਹੋ ਗਿਆ ਤੇ ਹਸਪੀਟਲ ਦੇ ਵਿੱਚ ਐਡਮਿਟ ਕਰਾਉਣਾ ਪਿਆ। ਤੇ ਮੈਨੂੰ ਕਹਿੰਦਾ, मेरा को कहता जी सर मुझे तो जाना पड़ेगा, मेरा तो बेटा बीमार है, तो आप मुझे जो भी है पैसे वगैरह सैलरी वगैरह दे दो तो मैं जाऊंगा। मैंने कहा कोई नहीं जाओ। तो मैंने एक कल कही, मैं बेटे जा, पैसे भी जितने चाहिए कोई नहीं वो भी ले लो, सारा कुछ कर लो, पर एक गल ध्यान रखी तू गुरु जी दे रोज मंदिर दे विच जाना है और मत्था भी टेकदा, गुरु जी के चरणों में बेनती जरूर करे। कहता जी वो तो मैं करूंगा जरूर। और मैं करदा रही, बाकी ठीक है कोई गल नहीं, ठीक है। मैं जाओ। ये चला गया बच्चा उत्थे बीमार हॉस्पिटल दे विच तकरीबन 1.5 महीना 2 महीने एक हॉस्पिटल दे विच रहा। चलो बेचारा बहुत परेशान, बच्चे नूं घर नाल छुट्टी ना मिले और डॉक्टरां नूं पता ना लगे की प्रॉब्लम आई की नहीं आई। लखनऊ दे विच हॉस्पिटल दे विच एडमिट रहा काफी देर बच्चा और बड़ा परेशान। और अल्टीमेटली डॉक्टर्स ने कहता भी नहीं जी साडे तो बस की गल लगती नहीं गी, ठीक है देख लो तुसीं घर लेना लै जाओ, तुसीं साडा खर्चा इन्ना अफोर्ड भी नहीं कर पाओगे, तुसीं तां करो लै जाओ और इदू देख लो, इसकी सेवा सुवा जो हुंदी है कर लो, जे बच जाए तो बच जाए, असीं कह नहीं सकते कुछ भी। और ਇਹਨੇ ਮੈਨੂੰ ਦੱਸਿਆ ਕਿ ਇਦਾਂ ਹੋਈ ਆ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਤੂੰ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰ। ਅਸੀਂ ਵੀ ਸਾਰਾ ਪਰਿਵਾਰ ਇੱਥੇ ਬੈਠ ਕੇ ਬੇਨਤੀ ਕਰਾਂਗੇ। ਅਸੀਂ ਕੀਤੀ ਮੈਂ ਗੁਰੂ ਜੀ ਤੁਸੀਂ ਬਹੁਤ ਬਹੁਤ ਅਨੰਤ ਕਿਰਪਾ ਕਰਦੇ ਹੋ ਗੁਰੂ ਜੀ। ਇਸ ਵਿਚਾਰੇ ਨੂੰ ਤਾਂ ਪਤਾ ਕੁਛ ਨਹੀਂ, ਗੁਰੂ ਜੀ ਇਹ ਸਾਡੀ ਬੇਨਤੀ ਸਵੀਕਾਰ ਕਰੋ, ਇਸ ਗਰੀਬ ਦੇ ਬੱਚੇ ਦੇ ਉੱਤੇ ਸਿਰ ਦੇ ਉੱਤੇ ਵੀ ਹੱਥ ਰੱਖੋ ਗੁਰੂ ਜੀ, ਕਿ ਕਿਰਪਾ ਕਰੋ ਗੁਰੂ ਜੀ, ਕਿਰਪਾ ਕਰੋ। ਅਸੀਂ ਇੱਥੋਂ ਸਾਰਿਆਂ ਨੇ ਮਿਲ ਕੇ ਇਹ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਾਰੇ ਪਰਿਵਾਰ ਨੇ ਮਿਲ ਕੇ ਬੇਨਤੀ। ਮੈਂ ਕਿਹਾ ਪ੍ਰਦੀਪ ਇਹ ਹੌਸਲਾ ਨਾ ਛੱਡੀ, ਕੋਈ ਗੱਲ ਨਹੀਂ। ਬੱਚਾ ਘਰ ਆ ਗਿਆ ਔਰ ਜਦੋਂ ਘਰ ਆਇਆ ਇੱਕ ਅੱਧਾ ਦਿਨ ਹੋਇਆ ਸੀ ਤਾਂ ਉਹਦੀ ਉਹੀ ਸਾਹ ਜਿਹੜੀ ਸੀ ਉਹ ਰੁਕਣ ਲੱਗ ਪਈ। ਇੱਥੇ ਤੱਕ ਰੁਕ ਗਈ ਕਿ ਇੱਕ ਸਟੇਜ ਦੇ ਉੱਤੇ ਲੋਕਾਂ ਨੇ ਇਹ ਕਹਿਤਾ ਕਿ ਇਹ ਬੱਚਾ ਤੁਹਾਡਾ ਪੂਰਾ ਹੋ ਗਿਆ, ਇਹਦੇ ਵਿੱਚ ਹੁਣ ਜਾਨ ਨਹੀਂ ਹੈ। ਔਰ ਆਸ-ਪਾਸ ਦੇ ਘਰਾਂ ਦੇ ਲੋਕ ਸਾਰੇ ਜਿਹੜੇ ਲੋਕ ਰਿਸ਼ਤੇਦਾਰ ਉਹ ਵੀ ਇਕੱਠੇ ਹੋ ਗਏ
ਤੇ ਅਫਸੋਸ ਵਾਸਤੇ ਇਕੱਠੇ ਹੋ ਗਏ, ਬੈਠ ਕੇ ਚਾਦਰਾਂ ਵਿਛਾ ਕੇ ਤੇ ਉੱਥੇ ਅਫਸੋਸ ਵਾਸਤੇ ਬੈਠ ਗਏ। ਔਰ ਬੱਚਾ ਜਿਹੜਾ ਸੀ ਉਹ ਬੈੱਡ ਦੇ ਉੱਤੇ ਪਿਆ ਸੀ। ਮੈਨੂੰ ਫੋਨ ਆਇਆ, ਕਹਿੰਦਾ ਜੀ ਏਦਾਂ ਏਦਾਂ ਹੋਇਆ। ਮੈਂ ਕਿਹਾ ਤੂੰ ਗੁਰੂ ਜੀ ਦੀ ਕੋਈ ਬੇਨਤੀ ਕਰੀ ਚੱਲ, ਬਸ ਕੋਈ ਨਹੀਂ, ਗੁਰੂ ਜੀ ਦਾ ਸਿਮਰਨ ਕਰੋ। ਮੈਂ ਕੋਈ ਗੱਲ ਨਹੀਂ, ਔਰ ਮੈਂ ਕਿਹਾ ਤੂੰ ਇੱਕ ਵਾਰੀ ਆਪਣਾ ਬੇਨਤੀ ਕਰ ਤੇ ਮੈਂ ਦੇਖ ਕਰ ਆਪਣੀ ਹਿੰਮਤ ਜੋ ਵੀ ਹੈ। ਇੱਕ ਵਾਰ ਉਹ ਗਿਆ, ਗੁਰੂ ਜੀ ਦੀ ਬੇਨਤੀ ਕੀਤੀ, ਇਹਨੇ ਜਾ ਕੇ ਬੱਚੇ ਦੀ ਛਾਤੀ ਨੂੰ 2 ਵਾਰ 3 ਵਾਰ ਦਬਾ ਦਿੱਤਾ। ਜੈ ਗੁਰੂ ਜੀ ਕਹਿ ਕੇ ਗੁਰੂ ਜੀ ਨੇ ਦੇ ਆਸ਼ੀਰਵਾਦ ਦੇ ਨਾਲ ਇਹਨੇ ਬੱਚੇ ਦੀ ਛਾਤੀ ਨੂੰ 2-3 ਵਾਰ ਦਬਾਇਆ। ਬੱਚਾ ਰੋਣ ਲੱਗ ਪਿਆ। ਬੱਚਾ ਜਿਹੜਾ ਕਹਿੰਦੇ ਸਾਹ ਨਹੀਂ ਲੈਂਦਾ, ਉਹ ਬੱਚਾ ਰੋਣ ਲੱਗ ਪਿਆ। ਔਰ ਇਹਨੇ ਫਟਾਫਟ ਉੱਥੇ ਗੱਡੀ ਪਿੰਡ ਵਿੱਚੋਂ ਲਈ, ਫਟਾਫਟ ਲੈ ਕੇ ਬੱਚੇ ਨੂੰ ਸਾਰੇ ਜਣੇ ਇਕੱਠੇ ਹੋ ਕੇ ਇਹਨੂੰ ਲਖਨਊ ਦੇ ਵਿੱਚ ਦੂਸਰੇ ਹਸਪੀਟਲ ਦੇ ਵਿੱਚ ਲੈ ਗਏ। ਦੂਸਰੇ ਹਸਪੀਟਲ ਦੇ ਵਿੱਚ ਲੈ ਗਏ ਔਰ ਉੱਥੇ ਜਾ ਕੇ ਉਹਦਾ ਟ੍ਰੀਟਮੈਂਟ ਹੋਇਆ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਜਿਹੜਾ ਟ੍ਰੀਟਮੈਂਟ ਪਹਿਲਾਂ ਹੋਇਆ ਉਹ ਠੀਕ ਟ੍ਰੀਟਮੈਂਟ ਨਹੀਂ ਹੋਇਆ, ਅਸੀਂ ਇਹਦਾ ਟ੍ਰੀਟਮੈਂਟ ਏਦਾਂ ਕਰਦੇ ਹਾਂ। ਉੱਥੇ 15-16 ਦਿਨ ਬੱਚਾ ਫਿਰ ਰਿਹਾ ਔਰ ਠੀਕ ਠਾਕ ਹੋ ਕੇ ਬੱਚਾ ਆਪਣੇ ਘਰ ਆ ਗਿਆ। ਇਹ ਹੈ ਮੇਰੇ ਗੁਰੂ ਦੀ ਕਿਰਪਾ, ਇਹ ਹੈ ਬੇਅੰਤ ਕਿਰਪਾ। ਇਹ ਤਾਂ ਸਾਡੇ ਤੇ ਕਿਰਪਾ ਕਰਦੇ ਆ, ਜਿਹੜੇ ਕੋਈ ਦੂਸਰੇ ਦੇ ਵਾਸਤੇ ਕਿਸੇ ਮੰਨ ਕੇ ਇੱਕ ਵਾਰੀ ਚਰਨਾਂ 'ਚ ਬੇਨਤੀ ਕਰੀਏ, ਉਹ ਵੀ ਸਾਰੀ ਬੇਨਤੀ ਉਹ ਵੀ ਮੰਨੀ ਜਾਂਦੀ ਹੈ। ਇਹ ਮੇਰੇ ਗੁਰੂ ਦਾ ਐਡਾ ਵੱਡਾ ਕੀ ਹੈ ਆਸ਼ੀਰਵਾਦ ਮੇਰੇ ਗੁਰੂ ਦਾ। ਔਰ ਇਹ ਦੇਖੋ ਕਮਾਲ ਹੋ ਗਈ, ਉਹ ਬੱਚਾ ਠੀਕ ਹੋ ਗਿਆ, ਘਰ ਆ ਗਿਆ। ਔਰ ਉਸ ਤੋਂ ਬਾਅਦ ਉਹ ਬੱਚਾ ਮੈਂ ਇਹ ਤਕਰੀਬਨ 7-8 ਮਹੀਨੇ ਜਾਂ ਸਾਲ ਦੀ ਗੱਲ ਹੈ। ਮੈਂ ਉਸ ਵੇਲੇ ਕੈਨੇਡਾ ਸੀ। ਮੈਂ ਵਾਪਸ ਘਰ ਜਦੋਂ ਮੈਂ ਵਾਪਸ ਆਇਆ ਤੇ ਇਹ ਮੈਨੂੰ ਕਹਿੰਦਾ ਜੀ ਕਿ ਮੇਰਾ ਬੱਚਾ ਹੁਣ ਠੀਕ ਠਾਕ ਹੈ, ਜੇ ਤੁਸੀਂ ਕਹੋ ਤੇ ਮੈਂ ਆਪਣੇ ਬੱਚੇ ਨੂੰ ਆਪਣੇ ਕੋਲ ਲੈ ਆਵਾਂ। ਮੈਂ ਕਿਹਾ ਜਿੰਨੀ ਦੇਰ ਮੈਂ ਕੈਨੇਡਾ ਆ, ਤੂੰ ਆਪਣੇ ਬੱਚੇ ਨੂੰ, ਆਪਣੀ ਵਾਈਫ ਨੂੰ ਵੀ ਆਪਣੇ ਕੋਲ ਲਿਆ। ਔਰ ਉਹ ਆ ਗਿਆ, ਬੱਚਾ ਇੱਥੇ ਰਿਹਾ। ਮੈਂ ਵਾਪਸ ਕੈਨੇਡਾ ਤੋਂ ਆਇਆ, ਉਹਨੂੰ ਕਿਹਾ, ਉਹ ਦੇਖਿਆ, ਮੈਂ ਕਿਹਾ ਗੁਰੂ ਦੀ ਇੰਨੀ ਕਿਰਪਾ, ਇੰਨਾ ਸੋਹਣਾ ਬੱਚਾ, ਇੰਨਾ ਖੁਸ਼ ਬੱਚਾ। ਔਰ ਗੁਰੂ ਜੀ ਇੰਨੀ ਮੇਰੇ ਗੁਰੂ ਦੀ ਕਿਰਪਾ ਹੋਈ, ਉੱਥੇ ਕਮਾਲ ਹੋ ਗਈ। ਬੱਚਾ ਹੱਸਦਾ ਖੇਡਦਾ। ਔਰ ਮੇਰੇ ਇੱਥੇ 2 ਮਹੀਨੇ ਸਾਡੇ ਕੋਲ ਰਹਿ ਕੇ ਮੇਰੇ ਆਉਣ ਤੋਂ ਬਾਅਦ ਉਹ ਬੱਚਾ ਹੁਣ ਆਪਣੇ ਘਰ ਗਿਆ ਔਰ ਸਭ ਕੁਝ ਠੀਕ ਠਾਕ ਹੈ, ਬੇਅੰਤ ਕਿਰਪਾ। ਉਸ ਤੋਂ ਬਾਅਦ ਸੰਗਤ ਜੀ ਕੀ ਐਕਸਪਲੇਨ ਕਰਾਂ, ਮੇਰੇ ਕੋਲ ਤਾਂ ਇਹ ਹੈ ਕਿ ਸ਼ਬਦ ਨਹੀਂ ਹੋਣਗੇ। ਗੁਰੂ ਦੀ ਕਿਰਪਾ ਇੰਨੀ ਹੋਈ ਹੈ ਮੇਰੇ ਤੇ, ਮੇਰੇ ਕੋਲ ਸ਼ਬਦ ਨਹੀਂ ਐਕਸਪਲੇਨ ਕਰਨ ਦੇ। ਥੋੜੀ ਦੇਰ ਦੀ ਗੱਲ ਹੈ, 2 ਸਾਲ ਦੀ ਗੱਲ ਹੈ। ਮੇਰਾ ਵੱਡਾ ਬੇਟਾ, ਜਿਹੜਾ ਮੈਂ ਦੱਸਿਆ ਕਿ ਕੈਨੇਡਾ 'ਚ ਪਹਿਲਾਂ ਸੈੱਟ ਹੋ ਗਿਆ, ਸ਼ਾਦੀ ਕਰਤੀ ਅਸੀਂ, ਸਭ ਕੁਝ ਹੋ ਗਿਆ। ਔਰ ਉਹਦੇ ਨਾਲ ਵੀ ਉਹੀ ਪ੍ਰੋਬਲਮ ਕਿ ਬੱਚਾ ਨਹੀਂ ਜੀ, ਲੇਟ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਅਸੀਂ ਡਾਕਟਰ ਕੋਲ ਦਿਖਾਣਾ ਜੀ, ਇਹ ਕਰਨਾ। ਮੈਂ ਕਿਹਾ ਕੋਈ ਕਿਤੇ ਨਹੀਂ ਜਾਣਾ, ਆਪਾਂ ਆਪਣੇ ਘਰ ਦੇ ਵਿੱਚ ਗੁਰੂ ਜੀ ਦਾ ਸਤਸੰਗ ਕਰਾਂਗੇ, ਸੰਗਤ ਆਏਗੀ, ਗੁਰੂ ਜੀ ਦਾ ਆਸ਼ੀਰਵਾਦ ਲਵਾਂਗੇ, ਸਭ ਕੁਝ ਠੀਕ ਹੋਏਗਾ। ਔਰ ਏਦਾਂ ਹੀ ਕੀਤਾ। ਸਤਸੰਗ ਹੋਇਆ, ਸੰਗਤ ਆਈ ਔਰ ਬੜਾ ਗੁਰੂ ਜੀ ਦਾ ਆਸ਼ੀਰਵਾਦ ਹੋਇਆ ਸਾਡੇ ਤੇ। ਔਰ ਉਹੀ ਗੱਲ ਹੋਈ, ਬੱਚੇ ਗਏ ਕੈਨੇਡਾ ਔਰ ਸਾਲ ਬਾਅਦ ਮੈਨੂੰ ਗੁਰੂ ਜੀ ਨੇ ਮੈਨੂੰ ਪੋਤਾ ਦੇ ਦਿੱਤਾ। ਔਰ ਪੋਤਾ ਇੰਨਾ ਕਿ ਉਹ ਨਾਈਸ ਬੱਚਾ, ਛੋਟਾ ਬੱਚਾ, ਅੱਜ 1.5 ਸਾਲ ਦਾ ਹੋ ਗਿਆ। 1.5 ਸਾਲ ਦਾ ਹੋ ਕੇ ਉਹ ਸ਼ਬਦ ਬੋਲਦਾ, ਜੈ ਗੁਰੂ ਜੀ। ਹੋਰ ਤਾਂ ਉਹਨੂੰ ਜ਼ਿਆਦਾ ਨਹੀਂ ਬੋਲ, ਜੈ ਗੁਰੂ ਜੀ, ਓਮ ਨਮੋ ਸ਼ਿਵਾਏ, ਗੁਰੂ ਜੀ ਸਦਾ ਸਹਾਏ। ਪੂਰਾ ਤਾਂ ਬੋਲਣਾ ਨਹੀਂ ਆਉਂਦਾ ਹੁਣ, ਤਕਰੀਬਨ 1.5 ਸਾਲ ਦਾ ਹੋ ਗਿਆ। ਔਰ ਜਦੋਂ ਅਸੀਂ ਟੀਵੀ ਤੇ ਜਾਂ ਅਸੀਂ ਉੱਧਰ ਲਗਾ ਦਿੰਦੇ ਹਾਂ ਮੰਤਰ ਜਾਪ, ਤੇ ਉਹਨੂੰ ਓਮ ਸ਼ਬਦ ਆਉਂਦਾ, ਓਮ, ਬਾਕੀ ਕੋਈ ਲਾਈਨ ਨਹੀਂ ਆਉਂਦੀ। ਓਮ ਨਮੋ ਸ਼ਿਵਾਏ ਕੁਛ, ਉਹ ਨਮੋ ਬਸ ਲਾਜ਼ਮੀ ਸ਼ਿਵਾਏ, ਗੁਰੂ ਜੀ ਸਹਾਇ। ਬਸ ਇਹ ਕਰਦਾ, ਹੱਥ ਜੋੜ ਕੇ ਝੁਕ ਕੇ ਬਾਰ-ਬਾਰ ਗੁਰੂ ਜੀ ਦੇ ਸਰੂਪ ਦੇ ਅੱਗੇ ਝੁਕ ਕੇ ਗੁਰੂ ਜੀ ਤੋਂ ਆਸ਼ੀਰਵਾਦ ਲੈਂਦਾ। ਇਹ ਬੇਅੰਤ ਕਿਰਪਾ ਹੈ। ਇਹ ਕੋਈ ਕਿਸੇ ਚੀਜ਼ ਦੀ ਕਮੀ ਗੁਰੂ ਜੀ ਨੇ ਮੈਨੂੰ ਤਾਂ ਛੱਡੀ ਨਹੀਂ, ਕਿਸੇ ਚੀਜ਼ ਦੀ ਵੀ ਮੈਨੂੰ ਇਹ ਨਹੀਂ ਕਦੀ ਵੀ ਮਹਿਸੂਸ ਹੋਇਆ। ਬਾਕੀ ਮੇਰੀ ਜੌਬ ਰਫ ਐਂਡ ਟਫ ਸੀ। ਕਈ ਫੈਸਲੇ ਮੈਂ ਇਦਾਂ ਦੇ ਲਏ ਜਿਹੜੇ ਕਿ ਆਮ ਆਦਮੀ ਦੇ ਵਾਸਤੇ, ਆਮ ਆਫੀਸਰ ਵਾਸਤੇ ਲੈਣੇ ਬੜੇ ਮੁਸ਼ਕਲ ਹੁੰਦੇ ਸੀ, ਲਏ। ਔਰ ਗੁਰੂ ਜੀ ਦੇ ਆਸ਼ੀਰਵਾਦ ਨਾਲ ਮੈਂ ਕਿਹਾ ਗੁਰੂ ਜੀ, ਮੇਰੇ ਮਨ ਦੇ ਵਿੱਚ ਕੋਈ ਵੀ ਕਿਸੇ ਦਾ
ना माड़ा मैं करना ना मेरे को होना, बस ये मेरे तो को माड़ा होवे नहीं, मैनू इन्ना के आशीर्वाद दो। और मैं संगत जी मैं कोई 31 साल की जॉब करके मैं रिटायर होया, और शुकराना गुरु जी का लख लख बार शुकराना कि 31 साल दे विच कदी भी कोई उच्ची उंगल नहीं उठी, कदी भी कोई माड़ा काम नहीं होया, कदे भी कोई एहो जिहा काम ना करने की कोशिश की, ना मेरे गुरु ने मैनू कोई एहो जिहा अलाउ किया कि जो मैं कोई गलत काम करा। और बड़ी कृपा है गुरु जी, मैं बहुत बहुत खुश हाँ, मेरा परिवार बहुत खुश है, मेरे सारे मेरे बाकी ब्रदर, मेरा ब्रदर डॉक्टर है, वो भी गुरु जी दे तो आशीर्वाद लेंदे सी, जलंधर रहंदे ने। गुरु जी ने उन्होंने भी 2 बेटियों का आशीर्वाद दिता, दोनों बेटे एक बहुत हो डॉक्टर है, दूसरा फॉरन दे विच कैनेडा दे विच सैटल्ड है, बहुत ही अच्छे तरीके सारे परिवार दे विच विचर रहे ने। मेरे छोटी सिस्टर आ, उन्होंने भी गुरु जी ने आशीर्वाद दिता, ओदे भी 2 बेटे ने, एक IIM कीती है, दूसरा IFS आ, किसी चीज की कमी नहीं छड़ी गुरु जी ने। तो संगत जी मैं तो यही कहना चाहूंगा कि बस मैनू इको ही मेरे ते कृपा करो कि मैनू अपने गुरु के चरणों के विच जुड़ना आ जाए, मैनू अपना आप सरेंडर करना आ जाए, मैनू मेरे मन के विचों जी आवाज निकले, मेरे मन के विचों जी गुरु जी के आशीर्वाद नाल सब का भला मंगिए, और सब के प्रति अच्छी फीलिंग रखिए। गुरु जी का इन्ना बड़ा आशीर्वाद है कि जो गुरु जी के चरणों में एक बार सच्चे दिल नाल झुक के और सच्चा दिल नाल सरेंडर करके गुरु जी तो जो भी मंगिया अपने वास्ते बाकियों वास्ते गुरु जी ने मेरे से बेअंत कृपा की है, मेरे को शब्द नहीं, लख लख बार शुकराना गुरु जी, लख लख बार शुकराना। बेअंत तुहाडे आशीर्वाद नाल मैं चलदा फिरदा, मेरे साह भी तुहाडे दिते हैं गुरु जी, कृपा करो सारी संगत दे उत्ते आशीर्वाद बनाई रखो। शुकराना गुरु।